ਉੱਡਣ ਲਈ ਦਿਲ ਅੰਦਰ ਚਾਹੀਦਾ ਹੈ ਡਾਢਾ ਹੌਸਲਾ। ਬੰਦੇ ਦੀ ਪਰਵਾਜ਼ ਵੀ ਕਿਸੇ ਪੰਛੀ ਨਾਲੋਂ ਘੱਟ ਨਹੀਂ ਹੁੰਦੀ। ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਤੁਹਾਨੂੰ ਖੇਤਾਂ ਦੇ ਵਿੱਚ ਜਹਾਜ਼ ਉੜਦੇ ਹੋਏ ਨਜ਼ਰ ਆਉਣਗੇ। ਕਿਵੇਂ ਇੱਕ ਕਿਸਾਨ ਦਾ ਪੁੱਤ ਹੱਥਾਂ ਦੇ ਉੱਤੇ ਜਹਾਜ਼ ਉਡਾਉਂਦਾ ਹੋਇਆ ਨਜ਼ਰ ਆਵੇਗਾ। ਬਚਪਨ ਦਾ ਸ਼ੌਕ ਮੇਰਾ ਇੱਕ ਉੱਡਣ ਦਾ ਸ਼ੌਕ ਸੀ, ਜਿਹੜਾ ਉਹੀ ਸ਼ੌਕ ਮੈਨੂੰ ਇਹ ਇੱਥੋਂ ਤੱਕ ਐਰੋ ਮਾਡਲ ਬਣਾਉਣ ਤੱਕ ਉਡਾਉਣ ਤੱਕ ਲੈ ਕੇ ਆਇਆ। ਬਚਪਨ ਦੇ ਵਿੱਚ ਆਹੀ ਇਹਨਾਂ ਹੀ ਖੇਤਾਂ ਦੇ ਵਿੱਚ ਪਲ ਕੇ ਵੱਡੇ ਹੋਏ ਆ, ਜੰਮ ਕੇ, ਔਰ ਇਹਨਾਂ ਹੀ ਰਸਤਿਆਂ ਪਈਆਂ ਦੇ ਉੱਪਰ ਜਦੋਂ ਛੋਟੇ ਹੁੰਦੇ ਸੀ ਖੇਡਦੇ ਹੁੰਦੇ ਸੀਗੇ ਭੈਣ ਭਰਾਵਾਂ ਨਾਲ, ਤਾਂ ਜਾਨਵਰਾਂ ਨੂੰ, ਬਗਲਿਆਂ ਨੂੰ, ਟਟੀਰੀਆਂ ਨੂੰ, ਕਬੂਤਰਾਂ ਨੂੰ ਦੇਖਦੇ ਰਹਿੰਦੇ ਸੀ ਵੀ ਇਹ ਕਿਸ ਤਰ੍ਹਾਂ ਜਾਨਵਰ ਥੋੜ੍ਹੇ ਜਿਹੇ ਖੰਭ ਮਾਰਦੇ ਔਰ ਉੱਡ ਜਾਂਦੇ। ਚੀਤਾ 1E ਰੈਡੀ ਟੂ ਟੇਕ ਆਫ ਫੋਕਰ ਫਾਰਮ ਸਿਰਗੇਵਾਲਾ। ਇਹ ਚੀਤਾ ਜੀ, ਇਹਦੀ ਡਿਜ਼ਾਈਨਿੰਗ ਸਾਰੀ ਮੇਰੀ ਖੁਦ ਦੀ ਹੈ ਜੀ, ਔਰ ਇਹ ਟੋਟਲ ਥਰਮੋਕੋਲ ਮਟੀਰੀਅਲ ਦਾ ਬਣਿਆ ਹੋਇਆ। ਥੋੜ੍ਹੀ ਇਹ 'ਚ ਬਾਲਸਾ ਵੁੱਡ ਯੂਜ਼ ਕੀਤੀ ਹੋਈ ਆਪਾਂ, ਔਰ ਖੁਦ ਦਾ ਮੇਰਾ ਆਪਣਾ ਡਿਜ਼ਾਈਨ ਹੈ। ਖੇਤੀ ਦਾ ਵੀ ਸ਼ੌਕ ਬਿਲਕੁਲ ਜੀ, ਖੇਤੀ ਸਾਰੀ ਖੇਤੀ ਜਿਹੜੀ ਹੈਗੀ ਸਾਡੀ ਜ਼ਮੀਨ ਜਿੰਨੀ 80 ਏਕੜ ਦੀ ਖੇਤੀ ਮੈਂ ਕਰ ਰਿਹਾ। ਉਹਦੇ ਵਿੱਚ 60 ਏਕੜ ਜ਼ਮੀਨ ਆਪਣੀ ਆਪ ਦੀ, ਔਰ ਕੁਝ ਜ਼ਮੀਨ ਮੇਰੇ ਕੋਲੇ ਠੇਕੇ 'ਤੇ ਮੇਰੇ ਤਾਏ ਦੀ ਜ਼ਮੀਨ ਹੈ ਜੋ। ਜਦੋਂ ਖੇਤੀ ਵਾਲਾ ਕੰਮ ਸ਼ੁਰੂ ਹੋ ਜਾਂਦਾ ਤਾਂ ਫਿਰ ਅਸੀਂ ਜਿਹੜਾ ਸਾਡੀ ਜਹਾਜ਼ਾਂ ਵਾਲੀ ਹੌਬੀ ਉਹਨੂੰ ਅਸੀਂ ਜਿੰਦਾ ਲਾ ਦਿੰਦੇ ਹਾਂ। ਫਿਰ ਟੋਟਲੀ ਅਸੀਂ ਪੂਰੇ ਜਿਹੜੇ ਗਾਰੇ ਵਿੱਚ ਲਿਬੜੇ ਹੋਏ ਕਿਸਾਨ ਬਣ ਜਾਂਦੇ। ਜ਼ਿਆਦਾ ਜਿਹੜੀ ਤਾਂ ਜਿਹਦਾ ਗਿਆਨ ਹਾਸਲ ਕੀਤਾ ਉਹ ਗੂਗਲ ਤੋਂ, YouTube ਤੋਂ, ਇੰਟਰਨੈਟ ਤੋਂ ਮੈਂ ਬਹੁਤ ਸਿੱਖਿਆ। ਹਾਂਜੀ, ਮਤਲਬ ਮੇਰਾ ਗੁਰੂ ਇੰਟਰਨੈਟ ਮੈਂ ਕਹਿ ਸਕਦਾ। ਇਹ ਨਵਾਂ ਤਿਆਰ ਕੀਤਾ ਜੀ ਫਾਈਟਰ J-20, ਔਰ ਇਹਦੇ ਕੰਟਰੋਲਸ ਵੀ ਉਹਦੇ ਵਾਂਗੂ ਹੀ ਵਰਕਿੰਗ 'ਚ ਆਪਾਂ ਕੀਤੇ ਹੋਏ ਨੇ। ਰਾਕਟ ਦਾ ਸ਼ੌਂਕ ਨਹੀਂ ਸੀਗਾ ਜੀ, ਸ਼ੌਂਕ ਉੱਡਣ ਦਾ ਹੀ ਸੀ। ਬਸ ਐਂ ਸੀ ਵੀ ਕੋਈ ਪਰਮਾਤਮਾ ਕੁਛ ਇਹੋ ਜਿਹਾ ਕੁਛ ਕਰੇ ਵੀ ਉੱਡਣ ਲੱਗ ਜਾਵੇਂ, ਬਸ ਬੈਠਾ ਮੈਂ ਖੰਭ ਮਾਰਾਂ ਅਤੇ ਉੱਡ ਜਾਏ। ਆਪਾਂ ਆਪਦੇ ਪੈਰ ਛੱਡ ਗਏ ਤਾਂ ਫਿਰ ਆਪਣੇ 'ਚ ਹਉਮੈ ਆ ਜੂਗੀ ਜੀ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਸਮਾਏ। ਜੇ ਹਉਮੈ ਦਾ ਰੋਗ ਆਪਾਂ ਨੂੰ ਲੱਗ ਗਿਆ ਤੇ ਫਿਰ ਆਪਾਂ ਫੇਲ ਹੋ ਜਾਂਗੇ। ਉਹ ਤਾਂ ਗੁਰਬਾਣੀ ਵੀ ਕਹਿੰਦੀ ਹੈ। ਔਰ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਜਿਹੜਾ ਮੇਰਾ ਸਭ ਤੋਂ ਵੱਡਾ ਮਾਡਲ ਹੈ C-130 ਹਰਕੁਲਿਸ ਕਾਰਗੋ ਪਲੇਨ ਨੂੰ ਮੈਂ ਕਾਪੀ ਕਰਕੇ ਬਣਾਇਆ ਜੀ, ਔਰ ਉਹ ਮੇਰਾ ਉਹ 'ਚ ਰਿਕਾਰਡ ਮੇਰਾ ਦਰਜ ਹੋ ਗਿਆ ਜੀ। ਹੁਣ ਤੱਕ ਕਿਸੇ ਨੇ ਹੈਂਡਮੇਡ ਥਰਮੋਕੋਲ ਦੇ ਵਿੱਚ ਹੈਂਡਮੇਡ ਕਾਰਗੋ ਕੈਟਾਗਰੀ ਦੇ ਵਿੱਚ ਐਡਾ ਵੱਡਾ ਜਹਾਜ਼ ਇੰਡੀਆ ਦੇ ਵਿੱਚ ਕਿਸੇ ਨੇ ਨਹੀਂ ਬਣਾਇਆ। ਕਹਿੰਦੇ ਨੇ ਉੱਡਣ ਲਈ ਦਿਲ ਅੰਦਰ ਚਾਹੀਦਾ ਹੈ ਡਾਢਾ ਹੌਸਲਾ। ਬੰਦੇ ਦੀ ਪਰਵਾਜ਼ ਵੀ ਕਿਸੇ ਪੰਛੀ ਨਾਲੋਂ ਘੱਟ ਨਹੀਂ ਹੁੰਦੀ। ਇਸ ਵੇਲੇ ਅਸੀਂ ਕਿਸੇ ਫਲਾਈਂਗ ਸਕੂਲ ਦੇ ਵਿੱਚ ਨਹੀਂ ਮੌਜੂਦ, ਬਲਕਿ ਪੰਜਾਬ ਦੇ ਹੀ ਪਿੰਡ ਦੇ ਵਿੱਚ ਮੌਜੂਦ ਹਾਂ। ਔਰ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਤੁਹਾਨੂੰ ਖੇਤਾਂ ਦੇ ਵਿੱਚ ਜਹਾਜ਼ ਉੜਦੇ ਹੋਏ ਨਜ਼ਰ ਆਉਣਗੇ। ਇਹ ਸ਼ੌਂਕ ਕਿਵੇਂ ਪਿਆ, ਕਿਵੇਂ ਇੱਕ ਕਿਸਾਨ ਦਾ ਪੁੱਤ ਹੱਥਾਂ ਦੇ ਉੱਤੇ ਜਹਾਜ਼ ਉਡਾਉਂਦਾ ਹੋਇਆ ਨਜ਼ਰ ਆਵੇਗਾ। ਗੱਲਬਾਤ ਕਰਾਂਗੇ ਬਾਈ ਉਹਨਾਂ ਦੇ ਨਾਲ, ਕਿਵੇਂ ਆਪਣੇ ਪਿੰਡਾਂ ਦੇ ਵਿੱਚ ਹੀ ਜਹਾਜ਼ ਉਡਾਏ ਜਾ ਰਹੇ ਨੇ। ਸਾਡੇ ਨਾਲ ਬਾਈ ਯਾਦਵਿੰਦਰ ਸਿੰਘ ਖੋਖਰ ਹੋਣੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਬਾਈ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਪ੍ਰੋ ਪੰਜਾਬ TV ਤੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਆਪਣੇ ਪਿੰਡ ਸਾਡੇ ਮੇਰੇ ਫਾਰਮ ਹਾਊਸ 'ਤੇ ਤੁਸੀਂ ਆਏ ਮੈਨੂੰ ਮਿਲਣ ਵਾਸਤੇ, ਔਰ ਜਿੰਨੇ ਦਰਸ਼ਕ ਦੇਖ ਰਹੇ ਆ ਸਭ ਤੋਂ ਵੱਡਾ ਧੰਨਵਾਦ ਉਹਨਾਂ ਦਾ ਜੀ। ਹਾਂਜੀ, ਤਾਂ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਉੱਡਣ ਲਈ ਦਿਲ ਅੰਦਰ ਡਾਢਾ ਹੌਸਲਾ ਚਾਹੀਦਾ ਹੁੰਦਾ ਹੈ। ਬੰਦੇ ਦੀ ਪਰਵਾਜ਼ ਪੰਛੀ ਨਾਲੋਂ ਘੱਟ ਨਹੀਂ ਹੁੰਦੀ ਜੀ। ਤੁਹਾਡੇ ਅੰਦਰ ਕਿਵੇਂ ਹੌਸਲਾ ਆਇਆ, ਕਿਵੇਂ ਸੋਚਿਆ ਕਿ ਖੇਤਾਂ ਦੇ ਵਿੱਚ ਫਸਲਾਂ ਤੁਸੀਂ ਲਾਈਆਂ ਹੀ ਲਾਈਆਂ, ਨਾਲ ਜਹਾਜ਼ ਵੀ ਉਡਾਉਣੇ ਨੇ? ਇਹਦਾ ਹੀ ਜੇ ਇਹਦਾ ਪਿਛੋਕੜ 'ਤੇ ਮੈਂ ਜਾਵਾਂ, ਸਟਾਰਟਿੰਗ 'ਤੇ ਮੈਂ ਅੱਗੇ ਵੀ ਜ਼ਿਕਰ ਕਰਦਾ ਰਹਿੰਦਾ ਹੈ। ਇਹ ਬਚਪਨ ਦਾ ਸ਼ੌਕ ਮੇਰਾ ਇੱਕ ਉੱਡਣ ਦਾ ਸ਼ੌਕ ਸੀ, ਜਿਹੜਾ ਉਹੀ ਸ਼ੌਕ ਮੈਨੂੰ ਇਹ ਇੱਥੋਂ ਤੱਕ ਐਰੋ ਮਾਡਲ ਬਣਾਉਣ ਤੱਕ ਉਡਾਉਣ ਤੱਕ ਲੈ ਕੇ ਆਇਆ। ਬਚਪਨ ਦੇ ਵਿੱਚ ਆਹੀ ਇਹਨਾਂ ਹੀ ਖੇਤਾਂ ਦੇ ਵਿੱਚ ਪਲ ਕੇ ਵੱਡੇ ਹੋਏ ਆ, ਜੰਮ ਕੇ, ਔਰ ਇਹਨਾਂ ਹੀ ਰਸਤਿਆਂ ਪਈਆਂ ਦੇ ਉੱਪਰ ਜਦੋਂ ਛੋਟੇ ਹੁੰਦੇ ਸੀ ਖੇਡਦੇ ਹੁੰਦੇ ਸੀਗੇ ਭੈਣ ਭਰਾਵਾਂ ਨਾਲ, ਤਾਂ ਜਾਨਵਰਾਂ ਨੂੰ, ਬਗਲਿਆਂ ਨੂੰ, ਟਟੀਰੀਆਂ ਨੂੰ, ਕਬੂਤਰਾਂ ਨੂੰ ਦੇਖਦੇ ਰਹਿੰਦੇ ਸੀ ਵੀ ਇਹ ਕਿਸ ਤਰ੍ਹਾਂ ਜਾਨਵਰ ਥੋੜ੍ਹੇ ਜਿਹੇ ਖੰਭ ਮਾਰਦੇ ਔਰ ਉੱਡ ਜਾਂਦੇ ਆ। ਮੈਨੂੰ ਵੀ ਐਂ ਲੱਗਦਾ ਹੁੰਦਾ ਸੀ ਵੀ ਸ਼ਾਇਦ ਆਪਾਂ ਵੀ ਇੱਦਾਂ ਕਿਤੇ ਖੰਭ ਮਾਰਾਂਗੇ। ਅਤੇ ਜਹਾਜ਼ ਤਾਂ ਨਹੀਂ ਉੜਦੇ ਹੁੰਦੇ ਸੀ ਖੇਤਾਂ ਦੇ? ਜਹਾਜ਼ ਵੀ ਉਦੋਂ, ਜਹਾਜ਼ ਜਦੋਂ ਮੇਰੀ ਹੁਣ ਉਮਰ ਤਕਰੀਬਨ 50 ਸਾਲ ਦੀ ਹੋਣ ਵਾਲੀ ਹੈ, ਤਾਂ ਉਦੋਂ ਜਿਹੜੇ ਜਹਾਜ਼ ਕਿਤੇ ਟਾਵੇਂ ਲੰਘਦੇ ਹੁੰਦੇ ਸੀ। ਹੁਣ ਤਾਂ ਆਮ ਜਹਾਜ਼ ਲੰਘਦੇ ਰਹਿੰਦੇ ਆ। ਤਾਂ ਉਦੋਂ ਕਦੇ ਜਹਾਜ਼ ਜੋ ਲੰਘਣਾ ਸੀ ਭੱਜ ਕੇ ਆਉਣਾ ਤੇਜ਼ੀ ਨਾਲ ਬਾਹਰ ਵੀ ਜਹਾਜ਼ ਆ ਗਿਆ, ਜਹਾਜ਼ ਆ ਗਿਆ।
ਉਹ ਵੀ ਇੱਕ ਸੀਗਾ ਮਤਲਬ ਇੱਕ ਪੁਆਇੰਟ। ਮੈਂ ਕਹਿੰਦਾ ਕਿ ਆਪਾਂ ਗੱਲਬਾਤ ਅੱਗੇ ਕੰਟੀਨਿਊ ਕਰਾਂਗੇ, ਪਰ ਨਾਲ ਇਹ ਆਨੰਦ ਵੀ ਜ਼ਰੂਰ ਮਾਣਦੇ ਰਹੀਏ, ਕਿਉਂਕਿ ਇੱਥੇ ਇਹ ਵੇਖ ਕੇ, ਇਸ ਤੋਂ ਪਹਿਲਾਂ ਜਦੋਂ ਇੰਟਰਵਿਊ ਸ਼ੁਰੂ ਕਰਨੀ ਸੀ ਤੇ ਜਦੋਂ ਆਵਾਜ਼ ਹੀ ਸੁਣੀ ਸੀਗੀ ਤਾਂ ਇੱਕ ਵੱਖਰਾ ਜਿਹਾ ਨਜ਼ਾਰਾ ਜਿਹਾ ਆਇਆ ਸੀਗਾ। ਤਾਂ ਇੱਥੇ ਤੁਸੀਂ ਵੇਖ ਸਕਦੇ ਹੋ, ਇਹ ਆਪ ਇਹਨਾਂ ਦੇ ਵੱਲੋਂ ਅਸੈਂਬਲ ਕੀਤਾ ਗਿਆ ਔਰ ਹੁਣ ਤਿਆਰ ਕੀਤਾ ਗਿਆ ਔਰ ਹੁਣ ਇਹ ਔਨ ਹੋ ਗਿਆ ਜਹਾਜ਼, ਤਾਂ ਉਡਾਨ ਭਰਨ ਜਾ ਰਿਹਾ। ਤਾਂ ਦੇਖੋ ਕਿਸ ਤਰੀਕੇ ਦੇ ਨਾਲ ਉਡਾਨ ਜਿਹੜੀ ਹੈ ਉਹ ਇਹਨਾਂ ਦੇ ਵੱਲੋਂ ਹੀ ਤਿਆਰ ਕੀਤੇ ਹੋਏ ਜੋ ਜਹਾਜ਼ ਦੀ ਹੈ ਉਹ ਭਰੀ ਜਾਊਗੀ। ਤਾਂ ਭਾਜੀ ਉਹਨਾਂ ਨੇ ਆਪ ਖੇਤਾਂ ਦੇ ਵਿੱਚ ਇਸ ਨੂੰ ਉਡਾਉਣ ਦਾ ਜੋ ਸੁਪਨਾ ਕਦੀ ਸੋਚਿਆ ਸੀ ਉਹ ਅੱਜ ਪੂਰਾ ਹੁੰਦਾ ਹੋਇਆ ਵੀ ਇਹਨਾਂ ਦਾ ਨਜ਼ਰ ਆ ਰਿਹਾ ਹੈ। ਤਾਂ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਕਿਵੇਂ ਇਹ ਜੇ ਪ੍ਰੋਸੈਸ ਚੱਲ ਰਿਹਾ ਹੈ? ਇਹਦਾ ਦੇਖੋ ਜੀ, ਮੈਂ ਇਹਦੇ ਮੈਂ ਕੰਟਰੋਲ ਚੈੱਕ ਕਰ ਰਿਹਾ। ਲੈਫਟ ਰਾਈਟ ਜਿਹੜੇ ਕੰਟਰੋਲ ਨੇ ਆਪਾਂ ਨੂੰ ਹਵਾ ਵਿੱਚ ਲਾ ਕੇ ਦੇਣੇ ਆ, ਐਲਰੋਨ ਕੰਟਰੋਲ। ਸੈਕੰਡ ਐਲੀਵੇਟਰ ਕੰਟਰੋਲ ਜਿਹੜਾ ਅਪ ਡਾਊਨ ਮੂਵਮੈਂਟ ਵਾਸਤੇ ਰਿਸਪੌਂਸੀਬਲ ਹੈ ਜੀ। ਔਰ ਇੱਕ ਆਪਣੇ ਕੋਲ ਰਡਰ ਕੰਟਰੋਲ ਹੈ ਜਿਹੜਾ ਗਰਾਊਂਡ ਦੇ ਉੱਪਰ ਜਹਾਜ਼ ਨੂੰ ਜਿਹਨੇ ਸਿੱਧਾ ਲੈ ਕੇ ਜਾਣਾ, ਔਰ ਹਵਾ ਦੇ ਵਿੱਚ ਵੀ ਰਡਰ ਨੇ ਲੈਫਟ ਤੇ ਰਾਈਟ ਨੂੰ ਕੰਟਰੋਲ ਰੱਖਣਾ ਨੂੰ। ਔਰ ਪਲੱਸ ਜੋ ਇਹਦੀ ਥ੍ਰੋਟਲ ਹੈ, ਰੇਸ ਜਿਹਨੂੰ ਆਪਾਂ ਕਹਿੰਦੇ ਆ, ਦੇਖ ਰਹੇ ਇੱਕ ਮੋਟਰ ਘੁੰਮ ਰਹੀ ਹੈ ਜੀ, ਔਰ 18 ਇੰਚ ਦਾ ਉਹਨਾਂ ਇੱਕ ਪ੍ਰੋਪੈਲਰ ਘੁੰਮ ਰਿਹਾ ਹੈ। ਔਰ ਇਹ ਬਰਸ਼ਲੈਸ ਮੋਟਰਾਂ ਹੁੰਦੀਆਂ, ਬੜੀ ਹਾਈ ਪਾਵਰ ਹੁੰਦੀ ਇਹਨਾਂ ਦੀ ਜੀ। ਤੇ ਹੁਣ ਮੈਂ ਤੁਹਾਨੂੰ ਇਹਨੂੰ ਟੇਕ ਆਫ ਕਰਨ ਜਾ ਰਿਹਾ, ਤੁਹਾਨੂੰ ਇਹਦੀ ਮੈਂ ਟੇਕ ਆਫ ਵੀਡੀਓ ਦਿਖਾਉਣਾ ਜੀ। ਤਾਂ ਸੀਟ ਬੈਲਟ ਪਾ ਲਈ ਅਸੀਂ? ਸੀਟ ਬੈਲਟ ਪਾ ਲਓ, ਹਾਂਜੀ ਹਾਂ। ਲਓ ਜੀ, ਚੀਤਾ 1E ਰੈਡੀ ਟੂ ਟੇਕ ਆਫ, ਖੋਖਰ ਫਾਰਮ ਸਿਰਗੇ ਵਾਲਾ। ਕੀ ਬਾਤ ਹੈ। ਤਾਂ ਇਹ ਖੋਖਰ ਫਾਰਮਸ ਦੇ ਵਿੱਚੋਂ ਉਡਾਨ ਜਿਹੜੀ ਹੈ ਉਹ ਸਿਰੀਆ 1 ਦੀ ਇਹ ਉਡਾਨ ਚੀਤਾ 1 ਇਹ ਭਰ ਲਿੱਤੀ ਗਈ ਹੈ। ਚੀਤਾ 1E ਮਤਲਬ ਇਲੈਕਟ੍ਰਿਕ ਆ ਜੀ। ਅੱਛਾ ਜੀ। ਇਹਦਾ ਅਸੀਂ ਨਾਂ ਰੱਖਿਆ ਚੀਤਾ 1 ਇਲੈਕਟ੍ਰਿਕ। ਔਰ ਇਸ ਤਰ੍ਹਾਂ ਦੇ ਮੈਂ ਇਦੋਂ ਪਹਿਲਾਂ ਕਈ ਸਾਰੇ ਮਾਡਲਸ ਮੈਂ ਬਣਾ ਚੁੱਕਿਆ ਜੀ ਇਸੇ ਡਿਜ਼ਾਈਨ ਦੇ ਵਿੱਚ। ਇਹ ਪੁਸ਼ਰ ਡਿਜ਼ਾਈਨ ਦੇ ਵਿੱਚ ਹੈ ਜੀ। ਜਿਹੜਾ ਦਾ ਪ੍ਰੋਪੈਲਰ ਹੈ ਉਹ ਪੁਸ਼ਰ ਹੈ, ਮਤਲਬ ਆਪਾਂ ਇਹਦੇ ਅੱਗੇ ਕੋਈ ਕੈਮਰਾ ਵਗੈਰਾ ਵੀ ਜੇ ਲਾਵਾਂਗੇ ਤਾਂ ਪ੍ਰੋਪੈਲਰ ਦੀ ਸ਼ੈਡੋ ਹੈ ਜਿਹੜੀ ਉਹ ਤੁਹਾਡੀ ਕੈਮਰੇ ਦੇ ਵਿੱਚ ਨਹੀਂ ਆਊਗੀ। ਤਾਂ ਹੁਣ ਮੈਂ ਇਹਨੂੰ ਇੱਕ ਲੋ ਪਾਸ ਮੈਂ ਤੁਹਾਡੇ ਕੋਲ ਦੀ ਨੂੰ ਇੱਕ ਲੈ ਕੇ ਆਊਂਗਾ। ਟੇਕ ਆਫ ਕਰ ਚੁੱਕਿਆ ਇਹ ਜੀ। ਔਰ ਹਵਾ ਦੀ ਡਾਇਰੈਕਸ਼ਨ ਕਾਫੀ ਹਿਸਾਬ ਕਿਤਾਬ ਦੇਖਣਾ ਪੈਂਦਾ ਜੀ ਇਹਦਾ। ਅੱਜ ਵੈਸੇ ਕਿਵੇਂ ਵੈਦਰ ਸਹੀ ਹੈ ਉਡਾਉਣ ਵਾਸਤੇ? ਹਾਂ ਬਹੁਤ ਵਧੀਆ ਜੀ। ਗਰਮੀ ਭਾਵੇਂ ਜ਼ਰੂਰ ਹੈ, ਗਰਮੀ ਹੈ, ਹਵਾ ਖੜੀ ਹੈ ਜੀ। ਅਸੀਂ ਹਵਾ ਬਿਲਕੁਲ ਖੜੀ ਹਵਾ ਅਸੀਂ ਭਾਲਦੇ ਹਾਂ ਇਹਦੀ ਫਲਾਈਂਗ ਵਾਸਤੇ। ਲਓ ਜੀ, ਮੈਂ ਗਲਾਈਡ ਦੇ ਉੱਤੇ ਥ੍ਰੋਟਲ ਕੱਟ ਮਾਰੀ ਮੈਂ, ਔਰ ਦੇਖੋ ਮਾਡਲ ਬਿਲਕੁਲ ਆਪਣੇ ਕੋਲ ਦੀ ਹੁਣ ਲੰਘੇਗਾ ਜੀ। ਤੁਸੀਂ ਦੇਖ ਸਕਦੇ ਆ ਕੈਮਰਾ ਕਲੋਜ਼ ਕਰਕੇ। ਲਓ ਜੀ, ਲੋ ਪਾਸ ਆਪਣਾ ਆ ਗਿਆ ਜੀ ਇਹਦਾ। ਦੇਖੋ ਇਹ ਹੁਣ ਬੰਦ ਕਰਤਾ ਤੁਸੀਂ ਇੱਕ ਤਰੀਕੇ ਨਾਲ? ਹੁਣ ਮੈਂ ਇਹਦੀ ਥ੍ਰੋਟਲ ਪਹਿਲਾਂ ਬੰਦ ਕਰਤੀ ਸੀ, ਹੁਣ ਮੈਂ ਅਗੇਨ ਇਹਨੂੰ ਥ੍ਰੋਟਲ ਫੇਰ ਦਿੱਤੀ ਹੈ। ਹਾਈਟ ਗੇਨ ਕਰ ਰਿਹਾ ਫਿਰ ਇਹ ਦੁਬਾਰਾ ਤੋਂ, ਔਰ ਮੈਂ ਫਿਰ ਘੁਮਾ ਕੇ ਇਹਨੂੰ ਕੋਸ਼ਿਸ਼ ਕਰੂੰਗਾ ਆਪਣੇ ਜਿਹੜੀ ਰਨਵੇ ਨੂੰ ਬਿਲਕੁਲ ਪੈਰਲਲ ਲੰਘੇ ਇਹ। ਇਹ ਵਾਕਈ ਇਦਾਂ ਲੱਗਦਾ ਕਿ ਕੋਈ ਅਸਲੀ ਜਹਾਜ਼ ਜਿਹੜਾ ਹੈਗਾ ਉਹ ਸਿਰ ਦੇ ਉੱਤੋਂ ਲੰਘ ਕੇ ਗਿਆ। ਤੇ ਹੁਣ ਮੈਂ ਆਪਾਂ ਨੈਕਸਟ ਐਰੋ ਮਾਡਲ ਦੀ ਵੀ ਆਪਾਂ ਫਲਾਈਂਗ ਕਰਨੀ ਹੈ, ਤਾਂ ਇਹਦੀ ਹੁਣ ਮੈਂ ਲੈਂਡਿੰਗ ਅਪਰੋਚ ਲੈਂਡਿੰਗ ਹੋਣ ਲੱਗੀ ਹੈ। ਮੈਂ ਕਹੂੰਗਾ ਕਿ ਧਿਆਨ ਜਿਹੜਾ ਹੈਗਾ ਕੈਮਰਾਮੈਨ ਨੂੰ ਕਹੂੰਗਾ ਕਿ ਸਿਰਫ ਗਲਾਈਡਰ ਤੇ ਹੀ ਰੱਖੋ, ਜਹਾਜ਼ ਤੇ ਰੱਖੋ, ਔਰ ਲੈਂਡਿੰਗ ਜਿਹੜੀ ਹੈ ਉਹ ਸਾਰੀ ਦਿਖਾਓ। ਕੈਮਰਾਮੈਨ ਨੂੰ ਥੋੜਾ ਸਾਈਡ ਤੇ ਕਰਨਾ ਪਊਗਾ ਜੀ। ਆਜੋ ਇੱਧਰ ਆਜੋ, ਥੋੜਾ ਸਾਈਡ ਤੇ ਹੋ ਜਾਓ ਜੀ, ਔਰ ਤੁਸੀਂ ਮੇਰੇ ਰਾਈਟ ਹੈਂਡ ਤੇ ਆ ਜਾਓ ਜੀ। ਅੱਛਾ ਜੀ। ਹਾਂ, ਮੇਰੀ ਲੈਫਟ ਸਾਈਡ ਕਲੀਅਰ ਕਰ ਦਿਓ। ਤੁਸੀਂ ਵੀਰ ਜੀ ਆਹ ਸਾਈਡ ਤੇ ਆ ਜਾਓ, ਮੇਰੇ ਰਾਈਟ ਤੇ ਆ ਜਾਓ ਬਿਲਕੁਲ। ਔਰ ਇਹ ਟੇਕ ਆਫ ਨਾਲੋਂ ਲੈਂਡਿੰਗ ਦੀ ਜਿਹੜੀ ਪ੍ਰੋਸੀਜਨ ਹੈ ਬਹੁਤ ਜ਼ਰੂਰੀ ਹੈ ਜੀ। ਲੈਂਡਿੰਗ ਵੇਲੇ ਹਲਕਾ ਜਿਹਾ ਹਾਰਡ ਲੈਂਡਿੰਗ ਹੋ ਗਈ ਗਰਾਊਂਡ ਦੇ ਉੱਤੇ, ਹਾਰਡ ਵੱਜ ਗਿਆ ਮਾਡਲ ਤਾਂ ਫਿਰ ਵੀ ਟੁੱਟ ਜਾਊਗਾ ਜੀ। ਇਹਦਾ ਜਿਹੜਾ ਐਂਗਲ ਹੈ ਬਹੁਤ ਆਰਾਮ ਨਾਲ ਗ੍ਰੈਜੂਅਲ ਦਾ ਐਂਗਲ ਆਪਾਂ ਨੂੰ ਲੈ ਕੇ ਆਉਣਾ ਪੈਂਦਾ। ਆਪਣਾ ਬਹੁਤ ਬੈਸਟ ਜਿਹੜੀ ਲੈਂਡਿੰਗ, ਕਈ ਵਾਰ ਲੈਂਡਿੰਗ ਜਿਹਨੂੰ ਆਪਾਂ ਕਹਿੰਦੇ ਆਪਾਂ ਉਹ ਹੋਈ ਹੈ। ਕਈ ਵਾਰ ਲੈਂਡਿੰਗ ਸਾਡੇ ਤੋਂ ਹਾਰਡ ਵੀ ਹੋ ਜਾਂਦੀ ਹੈ, ਹਵਾ ਦਾ ਬਿਹੇਵੀਅਰ ਕਈ ਵਾਰ ਨਹੀਂ ਚੰਗਾ ਹੁੰਦਾ। ਜਿਵੇਂ ਪਲੇਨ 'ਚ ਅਸੀਂ ਬੈਠੇ ਹੁੰਦੇ ਆ ਤਾਂ ਪਾਇਲਟ ਕਹਿੰਦਾ ਹੁੰਦਾ ਕਿ ਵਧੀਆ ਲੈਂਡਿੰਗ ਹੋਈ ਹੈ। ਹਾਂ, ਇਹ ਉਹ ਲੈਂਡਿੰਗ ਸੀ ਆਪਣੀ। ਔਰ ਕਈ ਵਾਰ ਕੀ ਹੈ, ਹਵਾ ਤੇਜ਼ ਹੁੰਦੀ ਹੈ, ਕ੍ਰਾਸ ਵਿੰਡ ਹਵਾ ਹੋ ਜਾਂਦੀ ਹੈ। ਕ੍ਰਾਸ ਵਿੰਡ ਹਵਾ ਜਿਵੇਂ ਆਪਣੀ ਡਾਇਰੈਕਸ਼ਨ ਹੈ ਰਨਵੇ ਦੀ, ਜਿਹੜੀ ਇਹਦੇ ਡਾਇਰੈਕਸ਼ਨ ਦੇ ਬਿਲਕੁਲ 90 ਡਿਗਰੀ ਜੋ ਹਵਾ ਹੋ ਜਾਂਦੀ ਹੈ ਉਹਨੂੰ ਅਸੀਂ ਕ੍ਰਾਸ ਵਿੰਡ ਕਹਿੰਦੇ ਆ। ਤਾਂ ਕ੍ਰਾਸ ਵਿੰਡ ਲੈਂਡਿੰਗ ਦੇ ਵਿੱਚ ਸਾਨੂੰ ਪਰੇਸ਼ਾਨੀ ਜ਼ਿਆਦਾ ਆਉਂਦੀ ਹੈ, ਫਿਰ ਜਹਾਜ਼ ਨੂੰ ਬਹੁਤ ਔਖਾ ਹੋ ਜਾਂਦਾ ਸਾਨੂੰ ਸਿੱਧਾ ਮੇਨਟੇਨ ਕਰਕੇ ਲੈ ਕੇ ਆਉਣਾ। ਦੇਖੋ ਜੀ, ਤੁਸੀਂ ਦੇਖ ਸਕਦੇ ਹੋ ਵੀ ਆਪਣਾ ਚੀਤਾ 1E ਲੈਂਡ ਕਰਕੇ ਆਪਣੇ ਕੋਲ ਟੈਕਸਿੰਗ ਕਰਦਾ ਹੋਇਆ ਵਾਪਸ ਆ ਗਿਆ ਹੈ। ਚੀਤਾ 1 ਦਾ ਨਾਮ ਸਹੀ ਰੱਖਿਆ ਹੈ, ਵਾਕਈ ਚੀਤਾ ਹੈ। ਬਿਲਕੁਲ ਜੀ, ਇਹ ਚੀਤਾ ਜੀ। ਇਹਦੀ ਡਿਜ਼ਾਈਨਿੰਗ ਸਾਰੀ ਮੇਰੀ ਖੁਦ ਦੀ ਹੈ ਜੀ। ਔਰ ਇਹ ਟੋਟਲ ਥਰਮੋਕੋਲ ਮਟੀਰੀਅਲ ਦਾ ਬਣਿਆ ਹੋਇਆ, ਥੋੜੀ ਇਹ 'ਚ ਬਾਲਸਾ ਵੁੱਡ ਯੂਜ਼ ਕੀਤੀ ਹੋਈ ਆਪਾਂ। ਔਰ ਖੁਦ ਦਾ ਮੇਰਾ ਆਪਣਾ ਡਿਜ਼ਾਈਨ ਹੈ, ਔਰ ਕੁਝ ਕੁ ਡਿਜ਼ਾਈਨ ਮੈਂ ਹੁਣ ਆਪਣੇ ਪੇਟੈਂਟ ਕਰਵਾਉਣ ਜਾ ਰਿਹਾ। ਔਰ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਇੱਕ ਡਿਜ਼ਾਈਨ ਮੇਰਾ ਆਲਰੇਡੀ ਰਜਿਸਟਰਡ ਹੋ ਚੁੱਕਿਆ। ਤਾਂ ਬਿਲਕੁਲ ਅਸੀਂ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਵੀ ਭਾਈ ਉਹਨਾਂ ਦਾ ਨਾਮ ਜੋ ਹੈ ਰਿਕਾਰਡ ਹੋ ਚੁੱਕਿਆ। ਜਿਸ ਤਰੀਕੇ ਨਾਲ ਇਹਨਾਂ ਦੇ ਵੱਲੋਂ ਆਪ ਹੀ ਸਾਰੇ ਇਹ ਜਹਾਜ਼ ਤਿਆਰ ਕੀਤੇ ਜਾਂਦੇ ਨੇ, ਤਾਂ
ਉਹ ਨਾਮ ਜਿਹੜਾ ਹੈ ਇਹਨਾਂ ਦੇ ਵੱਲੋਂ ਰਿਕਾਰਡ ਕਰਵਾਇਆ ਗਿਆ ਔਰ ਬੜੀ ਮਾਣ ਵਾਲੀ ਗੱਲ ਸਾਡੇ ਵਾਸਤੇ ਵੀ ਹੈ, ਪੰਜਾਬ ਵਾਸਤੇ ਵੀ ਹੈ। ਤਾਂ ਇਹਨਾਂ ਦੇ ਵੱਲੋਂ ਇਸੇ ਤਰੀਕੇ ਨਾਲ ਹੁਣ ਜਿਹੜੇ ਜਹਾਜ਼ ਉਹ ਤਿਆਰ ਕੀਤੇ ਜਾ ਰਹੇ ਨੇ। ਤਾਂ ਅੰਦਰ ਜੋ ਇਹਨਾਂ ਦਾ ਪੂਰਾ ਉੱਥੇ ਇਹਨਾਂ ਨੇ ਬਣਾਇਆ ਹੋਇਆ ਰੂਮ, ਤਾਂ ਉੱਥੇ ਵੀ ਆਪਾਂ ਚੱਲਾਂਗੇ ਜਿੱਥੇ ਵਰਕਸ਼ਾਪ ਹੈਗੀ ਆ, ਉਹ ਵੀ ਤੁਹਾਨੂੰ ਦਿਖਾਵਾਂਗੇ। ਤਾਂ ਹੁਣ ਅਗਲਾ ਨੰਬਰ ਕਿਹਦਾ ਹੈ, ਕਿਹੜਾ ਅਗਲਾ ਆਪਾਂ ਜਹਾਜ਼ ਉਡਾਉਣ ਜਾ ਰਹੇ ਹਾਂ ਜੀ? ਆਪਾਂ ਜੋ ਫਲਾਈਂਗ ਅੱਜ ਕਰਾਂਗੇ ਜੀ ਸੁਖੋਈ ਫਾਈਟਰ ਦੀ। ਅੱਛਾ ਜੀ। ਉਹ ਵੀ ਬੜੇ ਵੱਡੇ ਸਾਈਜ਼ ਦੇ ਵਿੱਚ ਆਪਾਂ ਮਾਡਲ ਤਿਆਰ ਕੀਤਾ ਜੀ। ਔਰ ਜੇ ਛੋਟੇ ਮਾਡਲ ਤੁਸੀਂ ਦੇਖ ਰਹੇ ਆ ਪਏ, ਇਹਨਾਂ ਦੀਆਂ ਐਕਚੁਅਲੀ ਅੱਜ ਬੈਟਰੀਆਂ ਚਾਰਜ ਨਹੀਂ ਹੋ ਸਕੀਆਂ। ਔਰ ਪਹਿਲਾਂ ਕਿਉਂਕਿ ਆਪਣੀ ਜਿਹੜੀ ਪਲਾਨ ਸੀ ਇੰਟਰਵਿਊ ਦੀ ਬੜੀ ਜਲਦੀ ਬਣੀ। ਔਰ ਤੁਹਾਨੂੰ ਮੈਂ ਹੁਣ ਜਿਹੜਾ ਤੁਸੀਂ ਦੇਖ ਰਹੇ ਹੋ ਇੱਧਰ ਪਿਆ ਸੁਖੋਈ ਜੀ, ਇਹਦੀ ਤੁਹਾਨੂੰ ਮੈਂ ਹੁਣ ਫਲਾਈਂਗ ਦਿਖਾਉਣ ਜਾ ਰਿਹਾ। ਇਹ 'ਚ ਮੈਂ ਹੁਣ ਬੈਟਰੀ ਪਹਿਲਾਂ ਪਾਉਂਗਾ ਇਹਦੀ। ਹਾਂਜੀ ਹਾਂਜੀ। ਤਾਂ ਜਿਵੇਂ ਅਸੀਂ ਵੇਖਦੇ ਹੁੰਦੇ ਹਾਂ ਅਕਸਰ ਕਿ ਜੇ 에ਅਰਪੋਰਟ ਦੇ ਉੱਤੇ ਤਾਂ ਜਹਾਜ਼ਾਂ ਦੀ ਰੀਫਿਲਿੰਗ ਹੁੰਦੀ ਹੈ, ਪੈਟਰੋਲ ਡੀਜ਼ਲ ਜੋ ਵੀ ਉਹ ਪੈਂਦਾ ਉਹ ਪਾਇਆ ਜਾਂਦਾ। ਤਾਂ ਉਸੇ ਤਰੀਕੇ ਦੇ ਨਾਲ ਹੁਣ ਬੈਟਰੀ ਜੋ ਇਸ ਦੇ ਵਿੱਚ ਪੈਂਦੀ ਹੈ ਉਸੇ ਤਰੀਕੇ ਦੇ ਨਾਲ ਉਸ ਨੂੰ ਚੇਂਜ ਕੀਤਾ ਜਾ ਰਿਹਾ। ਔਰ ਨਵੇਂ ਜੋ ਹੁਣ ਜਹਾਜ਼ ਜਿਹੜਾ ਉਡਾਇਆ ਜਾਣਾ ਉਸ ਦੇ ਵਿੱਚ ਉਹ ਬੈਟਰੀ ਨੂੰ ਸ਼ਿਫਟ ਕੀਤਾ ਜਾਊਗਾ ਔਰ ਫਿਰ ਹੁਣ ਇਸ ਦੀ ਵੀ ਉਡਾਨ ਭਰੀ ਜਾਊਗੀ। ਬਾਈ ਜੀ ਨਾਲ ਆਪਾਂ ਗੱਲਬਾਤ ਵੀ ਕਰਦੇ ਹਾਂ। ਤਾਂ ਇਹ ਤਾਂ ਚਲੋ ਸ਼ੌਂਕ ਤੁਹਾਡਾ ਹੈ ਹੀ ਹੈ, ਇਹਦੇ ਬਾਰੇ ਮੈਂ ਡਿਟੇਲ ਦੇ ਵਿੱਚ ਵੀ ਪੁੱਛਾਂਗਾ। ਤਾਂ ਨਾਲ ਖੇਤੀ ਦਾ ਵੀ ਸ਼ੌਂਕ ਹੈਗਾ? ਬਿਲਕੁਲ ਜੀ, ਖੇਤੀ ਸਾਰੀ ਖੇਤੀ ਜਿਹੜੀ ਹੈਗੀ ਸਾਡੀ ਜ਼ਮੀਨ ਜਿੰਨੀ 80 ਏਕੜ ਦੀ ਖੇਤੀ ਮੈਂ ਕਰ ਰਿਹਾ। ਉਹਦੇ ਵਿੱਚ 60 ਏਕੜ ਜ਼ਮੀਨ ਆਪਣੀ ਆਪਦੀ ਔਰ ਕੁਝ ਜ਼ਮੀਨ ਮੇਰੇ ਕੋਲੇ ਠੇਕੇ ਤੇ ਮੇਰੇ ਤਾਏ ਦੀ ਜ਼ਮੀਨ ਹੈ ਜੋ। ਔਰ ਖੇਤੀ ਦੇ ਵਿੱਚ ਵੀ ਅਸੀਂ ਮਤਲਬ ਜਿਹੜੇ ਸਾਡੇ ਕੋਲੇ ਇੰਪਲੀਮੈਂਟ ਹੈ ਕੋਈ ਟਰੈਕਟਰ ਵਗੈਰਾ ਉਹ ਵੀ ਐਂਟੀਕ ਹੈ, ਤੁਸੀਂ ਦੇਖੋਗੇ ਤਾਂ ਉਹ ਵੀ ਤੁਸੀਂ ਹੈਰਾਨ ਹੋਵੋਗੇ ਵੀ ਜਿਹੜੇ ਰੇਅਰ ਜਿਹੜੀਆਂ ਚੀਜ਼ਾਂ ਉਹ ਵੀ ਖੇਤੀ ਦੇ ਵਿੱਚ ਵੀ ਅਸੀਂ ਅੱਗੇ ਵੇਖਾਂਗੇ। ਤਾਂ ਕੁੱਲ ਮਿਲਾ ਕੇ 80 ਕਿੱਲਿਆਂ ਦੇ ਵਿੱਚ ਤੁਸੀਂ ਇਸ ਵੇਲੇ ਖੇਤੀ ਕਰ ਰਹੇ ਹਾਂ। ਸਾਰਾ ਝੋਨਾ ਲੱਗਿਆ ਹੋਇਆ ਔਰ ਥੋੜਾ ਟ੍ਰਾਇਲ ਅਸੀਂ ਇਹਦਾ ਕੀਤਾ ਕੇਲਿਆਂ ਦਾ, ਤੁਸੀਂ ਦੇਖ ਸਕਦੇ ਹੋ ਕੇਲੇ ਲੱਗੇ ਹੋਏ, ਕੇਲੇ ਵੀ ਨਾਲ ਲਾਏ ਹੋਏ ਨੇ। ਇਹ ਟ੍ਰਾਇਲ ਸਾਡਾ ਇਹ ਪੂਰਾ ਕਾਮਯਾਬ ਨਹੀਂ ਹੋ ਸਕਿਆ। ਸਾਡੇ ਟੈਂਪਰੇਚਰ ਇੱਥੇ ਜ਼ਿਆਦਾ ਥੋੜਾ ਜਿਹਾ। ਅੱਛਾ ਜੀ। ਔਰ ਟੈਂਪਰੇਚਰ ਜ਼ਿਆਦਾ ਹੋਣੇ ਕਰਕੇ ਇਹਨਾਂ ਦੀ ਗਰੋਥ ਪ੍ਰੋਪਰ ਨਹੀਂ ਆਈ ਹਲੇ ਤੱਕ। ਔਰ ਇਹ ਵੀ ਇੱਕ ਸਾਡਾ ਅੰਡਰ ਟ੍ਰਾਇਲ ਚੱਲ ਰਿਹਾ। ਔਰ ਆਉਣ ਵਾਲੇ ਸਾਲ ਮੇਰੀ ਪਲਾਨ ਹੈ ਵੀ ਆਹੀ ਜਿਹੜੀ ਜਗ੍ਹਾ ਲੋਕੇਸ਼ਨ, ਇਸੇ ਲੋਕੇਸ਼ਨ ਦੇ ਵਿੱਚ 1 ਏਕੜ ਦੇ ਵਿੱਚ ਇੱਥੇ ਮੈਂ ਪੂਰਾ ਜੰਗਲ ਤੱਕ ਲਵਾਉਣਾ ਹੈ। ਇੱਕ ਸੰਸਥਾ ਹੈਗੀ ਆਪਣੇ ਮੁਹਾਲੀ, ਇੱਕ ਉਹ ਜੰਗਲ ਪਲਾਂਟ ਕਰਕੇ ਜਾਂਦੇ ਆ ਔਰ ਉਹ 'ਚ ਆਪਾਂ ਫਰੂਟਸ ਵਾਲੇ ਜਾਂ ਛਾਂ ਵਾਲੇ ਸਾਰੇ ਦਰਖਤ ਆਪਾਂ ਲਾਵਾਂਗੇ। ਔਰ ਆਹ ਜਿਹੜਾ ਏਰੀਆ ਮੇਰਾ ਇਹਨੂੰ ਮੈਂ ਇੱਕ ਮਤਲਬ ਵਿਲੇਜ ਵਿਜ਼ਿਟ, ਇੱਕ ਸਪੌਟ, ਇੱਕ ਪਿਕਨਿਕ ਸਪੌਟ ਦੇ ਵਜੋਂ ਮੈਂ ਇਹਨੂੰ ਡਿਵੈਲਪ ਕਰਨ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ। ਚਲੋ ਜੀ, ਬੈਟਰੀ ਜਿਹੜੀ ਆ ਉਹ ਹੁਣ ਤਿਆਰ ਹੋਣ ਲੱਗੀ ਹੈ, ਇਹਦੇ ਵਿੱਚ ਲੱਗਣ ਲੱਗੀ ਹੈ। ਤਾਂ ਖੇਤੀ ਵੀ ਫਿਰ ਆਪ ਹੀ ਕਰਦੇ ਹੋ ਜਾਂ ਫਿਰ ਅੱਗੇ ਠੇਕੇ 'ਤੇ ਦਿੱਤੀ ਹੋਈ ਹੈ ਜਾਂ ਆਪ ਆਪਣੇ ਵੱਲੋਂ ਸਾਰਾ ਧਿਆਨ ਰੱਖਿਆ ਜਾਂਦਾ? ਖੇਤੀ ਸਾਰੀ ਆਪ ਕਰ ਰਹੇ ਹਾਂ ਜੀ। ਸਾਰਾ ਜਦੋਂ ਖੇਤੀ ਵਾਲਾ ਕੰਮ ਸ਼ੁਰੂ ਹੋ ਜਾਂਦਾ ਤਾਂ ਫਿਰ ਅਸੀਂ ਜਿਹੜਾ ਸਾਡੀ ਜਹਾਜ਼ਾਂ ਵਾਲੀ ਹੌਬੀ ਉਹਨੂੰ ਅਸੀਂ ਜਿੰਦਾ ਲਾ ਦਿੰਦੇ ਹਾਂ ਜੀ। ਅੱਛਾ। ਫਿਰ ਟੋਟਲੀ ਅਸੀਂ ਪੂਰੇ ਜਿਹੜੇ ਗਾਰੇ ਵਿੱਚ ਲਿਬੜੇ ਹੋਏ ਕਿਸਾਨ ਬਣ ਜਾਂਦੇ। ਪਰ ਜ਼ਿਆਦਾ ਆਨੰਦ ਕਿਸ 'ਚ ਆਉਂਦਾ? ਆਨੰਦ ਜੀ ਖੇਤੀ 'ਚ ਵੀ ਬਹੁਤ ਹੁੰਦਾ। ਟਰੈਕਟਰ ਚਲਾਉਣ ਦੇ ਵਿੱਚ ਬਹੁਤ ਆਨੰਦ ਆਉਂਦਾ। ਜੋ ਜਿਹੜਾ ਮਸ਼ੀਨਰੀ ਐਕਚੁਅਲੀ ਮਸ਼ੀਨਰੀ ਨਾਲ ਤੁਹਾਨੂੰ ਇੰਨਾ ਕੁ ਪਿਆਰ ਹੈ, ਤੁਸੀਂ ਕਿਸੇ ਕਿਸਾਨ ਨੂੰ, ਕਿਸੇ ਭਰਾ ਨੂੰ ਪੁੱਛੋਗੇ ਤਾਂ ਜੋ ਟਰੈਕਟਰ ਚਲਾਉਣ ਦੇ ਵਿੱਚ, ਖੇਤ ਨੂੰ ਵਾਹੁਣ ਦੇ ਵਿੱਚ, ਖੇਤ ਨੂੰ ਤਿਆਰ ਕਰਨ ਦੇ ਵਿੱਚ ਅਸੀਂ ਆਪਣੇ ਖੇਤ ਨੂੰ ਇੱਕ ਦੁਲਹਨ ਵਾਂਗੂ ਸਜਾਉਂਦੇ ਹਾਂ। ਉਹਦੀ ਬਿਜਾਈ ਤੋਂ ਪਹਿਲਾਂ ਉਹਨੂੰ ਤਿਆਰ ਕਰਦੇ ਹਾਂ, ਉਹਦੀਆਂ ਸਾਰੇ ਵੱਟਾਂ ਬੰਨੇ ਉਹਦੇ ਸਾਫ਼ ਕਰਦੇ ਹਾਂ। ਔਰ ਜਦੋਂ ਤੁਹਾਡਾ ਖੇਤ ਇੱਕ ਸ਼ੀਸ਼ੇ ਵਾਂਗੂ ਸਾਫ਼ ਹੋ ਜਾਂਦਾ ਤਾਂ ਬਹੁਤ ਇੱਕ ਸੈਟਿਸਫੈਕਸ਼ਨ ਆਉਂਦੀ ਹੈ, ਇੱਕ ਆਨੰਦ ਆਉਂਦਾ। ਔਰ ਜਿਹੜੀ ਮਿੱਟੀ ਦੀ ਇਹ ਸਮੈਲ ਹੈ, ਜਦੋਂ ਕਿਤੇ ਬਾਰਿਸ਼ ਆਉਂਦੀ ਹੈ, ਜਿਹੜੀ ਮਿੱਟੀ ਦੀ ਇਹ ਸਮੈਲ ਹੈ ਪਿੰਡਾਂ ਦੀ, ਇਹ ਕਿਤੇ ਤੁਹਾਨੂੰ ਲੱਖਾਂ ਕਰੋੜਾਂ ਰੁਪਈਆਂ 'ਚ ਨਹੀਂ ਮਿਲਦੀ ਗੀ। ਬਹੁਤ ਘੱਟ ਬੰਦੇ ਹੋਣਗੇ ਜਿਹੜੇ ਆਪਣੀ ਜੜ੍ਹਾਂ ਦੇ ਨਾਲ ਜੁੜੇ ਹੋਣਗੇ, ਪਿੰਡਾਂ ਦੇ ਵਿੱਚ ਹੀ ਰਹਿ ਕੇ ਆਪਣੇ ਸ਼ੌਂਕ ਵੀ ਪੂਰੇ ਕਰ ਰਹੇ ਨੇ ਔਰ ਨਾਲ ਖੇਤੀ ਜਿਹੜੀ ਹੈਗੀ ਆ ਉਸ ਨੂੰ ਵੀ ਕਰ ਰਹੇ। ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਬੰਦੇ ਕੋਲ ਇੰਨਾ ਪੈਸਾ ਹੋਵੇ, ਇੰਨੀ ਜ਼ਮੀਨ ਹੋਵੇ, ਬੰਦਾ ਬਾਹਰ ਦੀ ਦੇਸ਼ ਨੂੰ ਭੱਜਣ ਦੀ ਕਰਦਾ ਹੈਗਾ। ਸਾਡਾ ਦਿਲ ਹੀ ਇੱਥੇ ਲੱਗਦਾ ਜੀ। ਔਰ ਤੁਸੀਂ ਦੇਖਿਆ ਵੀ ਅਸੀਂ ਸਾਡੇ ਘਰ ਵੀ ਜਿਹੜੇ ਬਾਹਰ ਖੇਤਾਂ 'ਚ ਹੀ ਹੈਗੇ ਆ ਔਰ ਦਿਲ ਲੱਗਦਾ ਜੀ। ਖੇਤੀ ਬਹੁਤ ਸ਼ੌਂਕ ਨਾਲ ਕਰਦੇ ਆ। ਟਰੈਕਟਰ ਸਾਰਾ ਜਿਹੜਾ ਟਰੈਕਟਰ ਦਾ ਕੰਮ ਮੈਂ ਖੁਦ ਕਰਦਾ। ਬੇਟਾ ਮੇਰਾ ਹੈਲਪ ਕਰਦਾ ਹੈ, ਇਹ ਵੀ ਇੰਜੀਨੀਅਰ ਹੈ। ਮੇਰੇ ਪਿਤਾ ਜੀ ਸਟਿਲ ਉਹਨਾਂ ਦੀ 77-78 ਸਾਲ ਦੀ ਉਮਰ ਹੋ ਗਈ, ਉਹ ਵੀ ਟਰੈਕਟਰ ਚਲਾਉਂਦੇ ਹਲੇ। ਹਾਂਜੀ, ਠੀਕ ਹੈ। ਤਾਂ ਇਹ ਵੀ ਉਡਾਨ ਭਰਨ ਦੇ ਲਈ ਤਿਆਰ ਹੈ? ਇਹ ਬਿਲਕੁਲ ਤਿਆਰ ਹੈ। ਸੁਖੋਈ ਫਾਈਟਰ ਹੈ ਜਿਹੜਾ। ਸੁਖੋਈ, ਇਹ ਨਾਮ ਦਾ ਕੀ ਸੀਗਾ ਇਸ ਦੇ ਪਿੱਛੇ ਲੌਜਿਕ? ਸੁਖੋਈ ਇਹਦਾ ਨਾਮ ਸਪੈਸੀਫਿਕ? ਐਕਚੁਅਲੀ ਤੁਸੀਂ ਜੋ ਸਰਚ ਕਰੋਗੇ ਆਪਣੇ ਦੁਨੀਆ ਦੇ ਵਿੱਚ ਬੜਾ ਫੇਮਸ ਇੱਕ ਜਹਾਜ਼ ਆ ਫਾਈਟਰ, ਸੁਖੋਈ ਨਾਂ ਦਾ। ਔਰ ਕਈ ਮੁਲਕਾਂ ਕੋਲੇ ਇਹ ਜਹਾਜ਼ ਹੈ ਫਾਈਟਰ। ਔਰ ਸੁਖੋਈ ਦੀ ਆਪਾਂ ਇਹਨੂੰ ਕਾਪੀ ਕੀਤਾ। ਜਿਹੜਾ ਤਾਂ ਇੰਡੀਆ 'ਚ ਤੁਸੀਂ ਪਹਿਲਾਂ ਲਿਆ ਹੈ? ਮੇ ਵੀ ਹੋ ਸਕਦਾ ਵੀ ਇੰਡੀਆ ਦੇ ਵਿੱਚ ਆਪਾਂ ਏਡੇ ਵੱਡੇ ਸਾਈਜ਼ ਦੇ ਵਿੱਚ ਥਰਮੋਕੋਲ ਦੇ ਵਿੱਚ ਇਹ ਵੀ ਜਹਾਜ਼ ਮੇਰਾ ਜਿਹੜਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਰਜਿਸਟਰਡ ਕਰਾਉਣ ਜਾ ਰਿਹਾ, ਕਿਉਂਕਿ ਇਹਦਾ ਸਾਈਜ਼ ਆ ਜਿਹੜਾ ਕਾਫੀ ਵੱਡੇ ਸਾਈਜ਼ ਦੇ ਵਿੱਚ ਜਹਾਜ਼ ਮਤਲਬ ਬਣ ਚੁੱਕਿਆ ਹੈ। ਤੇ ਇਹ ਸੁਖੋਈ ਮਤਲਬ ਐਕਚੁਅਲ ਸੁਖੋਈ ਫਾਈਟਰ ਨੂੰ ਮੈਂ ਕੋਸ਼ਿਸ਼ ਕੀਤੀ ਹੈ ਕਾਪੀ ਕਰਨ ਦੀ। ਕਾਪੀ ਕਰਨ ਦੇ ਵਿੱਚ ਵੀ ਅਸੀਂ ਇੱਕ ਇਹਦਾ ਪ੍ਰਿੰਟ ਆਊਟ ਕਈ ਸਾਰੇ ਐਂਗਲਾਂ ਤੋਂ ਜਹਾਜ਼ ਦੀ ਫੋਟੋ ਕੱਢਦੇ ਹਾਂ। ਮੈਂ ਕਹਿੰਦਾ ਆਪਾਂ ਅੰਦਰ ਜਾਵਾਂਗੇ ਜਦੋਂ ਤੁਹਾਡੇ ਸਟੇਸ਼ਨ ਦੇ ਵਿੱਚ, ਤਾਂ ਉੱਥੇ ਆਪਾਂ ਦੇਖਾਂਗੇ। ਹਾਂਜੀ, ਤੇ ਚਲੋ ਹੁਣ ਆਪਾਂ ਇਹਦੀ ਟੇਕ ਆਫ ਕਰਨ ਜਾ ਰਹੇ ਹਾਂ ਜੀ। ਇਹਦੀ ਆਵਾਜ਼ ਵੀ ਤੁਸੀਂ ਦੇਖੋਗੇ ਉਸ ਨਾਲੋਂ ਜ਼ਿਆਦਾ ਦਮ। ਹਾਂਜੀ, ਇਹ ਪੁਸ਼ਰ ਦੇ ਵਿੱਚ ਹੈ। ਇਹਦੀ ਮੋਟਰ ਉਹਦੇ ਨਾਲੋਂ ਥੋੜੀ ਜਿਹੀ ਵੱਡੀ ਹੈ ਜੀ।
ਔਰ ਇਹ ਪੁਸ਼ਰ ਪ੍ਰੋਪੈਲਰ ਦੇ ਵਿੱਚ ਹੈ। ਤਾਂ ਤੁਸੀਂ ਥੋੜਾ ਹੋਰ ਅੱਗੇ ਚਲੇ ਜਾਓ ਜੀ, ਅੱਗੇ ਜਾ ਕੇ ਟੇਕ ਆਫ ਕਰਨਾ ਇਹਨੇ। ਮੈਕੈਨਿਜ਼ਮ ਇਹਦਾ ਸੇਮ ਹੈ ਜੀ, ਜਿਹੜਾ ਲੈਫਟ ਰਾਈਟ ਟਰਨ ਹੈ ਜਿਹੜੀ ਉਹ ਐਲਰੋਨਸ ਨੇ ਦੇਣੀ ਹੈ, ਔਰ ਜਿਹੜੀ ਅਪ ਡਾਊਨ ਟਰਨ ਉਹ ਐਲੀਵੇਟਰ ਨੇ ਦੇਣੀ ਹੈ। ਉਹੀ ਰਡਰ ਕੰਟਰੋਲ ਸੇਮ। ਇਹ ਚਾਰ ਕੰਟਰੋਲ ਇਸ ਤਰ੍ਹਾਂ ਜਿਹੜੇ ਮੇਨ ਬੇਸਿਕ ਕੰਟਰੋਲ ਹੁੰਦੇ ਜਿਹੜੇ ਹਰ ਇੱਕ ਜਹਾਜ਼ ਦੇ ਵਿੱਚ ਇਹੀ ਐਪਲੀਕੇਬਲ ਹੁੰਦੇ ਆ। ਠੀਕ ਆ ਜੀ। ਤਾਂ ਹੁਣ ਮੈਨੂੰ ਦੜਾਉਣ ਲੱਗਿਆ ਜੀ, ਔਰ ਟੇਕ ਆਫ ਕਰੂਗਾ ਇਹ। ਹਵਾਈ ਇੱਥੇ ਤੱਕ ਆ ਰਹੀ ਹੈ। ਬਿਲਕੁਲ ਜੀ। ਲਓ ਜੀ, ਕੀ ਬਾਤ। ਲਓ ਜੀ, ਤੁਸੀਂ ਦੇਖ ਸਕਦੇ ਹੋ ਸੁਖੋਈ ਆਪਣਾ ਫਾਈਟਰ ਟੇਕ ਆਫ ਕਰ ਗਿਆ। ਔਰ ਇਹਦਾ ਮੈਂ ਲੋ ਪਾਸ ਤੁਹਾਨੂੰ 1-2 ਕੋਲ ਦੀ ਲੈ ਕੇ ਆਉਂਗਾ ਇਹਨੂੰ ਮੈਂ। ਇਹਦੀ ਫਲਾਈਂਗ ਥੋੜੀ ਜੀ ਡਿਫਿਕਲਟ ਹੁੰਦੀ ਹੈ ਜੀ ਫਾਈਟਰ ਦੀ, ਕਿਉਂਕਿ ਫਾਈਟਰਸ ਦੇ ਵਿੱਚ ਜਿਹੜੀ ਗਲਾਈਡ ਕਰਨ ਦੀ ਜਿਹੜੀ ਸਮਰੱਥਾ ਉਹ ਘੱਟ ਹੁੰਦੀ ਹੈ। ਭਾਈ ਮੈਨੂੰ ਇਦਾਂ ਲੱਗਦਾ ਹੈ ਕਿ ਜੇ ਕੋਈ ਲੇਮੈਨ ਬੈਠਾ ਹੋਵੇ ਉਹਨੂੰ ਇਦਾਂ ਲੱਗੇ ਕਿ ਸਾਡੇ ਖੇਤਾਂ ਦੇ ਮੂਹਰੋਂ ਉੱਪਰ ਫਾਈਟਰ ਜੈਟ ਹੀ ਲੰਘ ਰਿਹਾ। ਬਿਲਕੁਲ ਜੀ, ਭੁਲੇਖਾ ਪੈ ਜਾਂਦਾ ਹੈ। ਤੁਹਾਨੂੰ ਆਉਂਦੇ ਨੇ ਲੋਕ ਪੁੱਛਣ ਵਾਸਤੇ ਕਿ ਬਿਲਕੁਲ ਜੀ, ਬਿਲਕੁਲ, ਕਿਉਂਕਿ ਵੀਡੀਓਜ਼ ਦੇ ਵਿੱਚ ਅਕਸਰ ਜੋ ਵੀਡੀਓ ਬਣਦੀ ਹੈ ਇਹਦੀ ਮਾਡਲ ਦੀ, ਤਾਂ ਵੀਡੀਓ ਦੇ ਵਿੱਚ ਬਿਲਕੁਲ ਇਹ ਓਰੀਜਨਲ ਲੱਗਦਾ ਹੈ। ਹੁਣ ਮੈਂ ਕੋਸ਼ਿਸ਼ ਕਰਾਂ ਇੱਕ ਲੋ ਪਾਸ ਮੈਂ ਹੋਰ ਦੇਵਾਂਗਾ। ਨਾਲ ਦੇ ਘਰਾਂ ਦੇ ਬੱਚੇ ਜਵਾਕ ਉਹ ਵੀ ਦੇਖਣ ਆਉਂਦੇ। ਉਹ ਬੱਚਿਆਂ ਦਾ ਭਰ ਗਿਆ ਜੀ ਮਨ ਉਹਨਾਂ ਦਾ, ਬਹੁਤ ਮਨ ਭਰ ਗਿਆ। ਸਾਡੇ ਪਿੰਡ ਦੇ ਬੱਚਿਆਂ ਦਾ ਮਨ ਜਿਹੜਾ ਉਹ ਭਰ ਚੁੱਕਿਆ। ਕਈ ਵਾਰ ਫੋਨ ਕਰ ਦਿੰਦੇ ਬੱਚੇ ਪਿੰਡੋਂ, ਜਦੋਂ ਵੱਡਾ ਅਸੀਂ ਮਾਡਲ ਕੋਈ ਉਡਾਉਣੇ ਆ ਤਾਂ ਫੋਨ ਕਰਨ ਦੇ ਜੀ, ਸਾਡੇ ਭੇਜੋ ਜੀ, ਇੱਧਰ ਭੇਜੋ। ਹਾਂਜੀ। ਤੇ ਹੁਣ ਮੈਂ ਨੈਕਸਟ ਰਾਊਂਡ ਇਹਨੂੰ ਮੈਂ ਲੈਂਡ ਕਰਵਾਉਂਗਾ ਜੀ। ਲੈਂਡਿੰਗ ਅਪਰੋਚ ਹੈ ਜੀ ਮੇਰੀ। ਲੈਂਡਿੰਗ ਅਪਰੋਚ ਦੇ ਵਿੱਚ ਉਹੀ ਫੇਰ ਤੁਹਾਨੂੰ ਜਿਵੇਂ ਦੱਸਿਆ ਮੈਂ ਵੀ ਲੈਂਡਿੰਗ ਅਪਰੋਚ ਦੇ ਵਿੱਚ ਇਹਦੀ ਆਪਣੀ ਹਵਾ ਦਾ ਬਿਹੇਵੀਅਰ ਜੀ, ਔਰ ਤੁਹਾਡੀ ਸਪੀਡ, ਤੁਹਾਡੀ ਹਾਈਟ, ਕਈ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਔਰ ਲੈਂਡਿੰਗ ਹੀ ਇੱਕ ਬਹੁਤ ਜਿਹੜੀ ਸੀਰੀਅਸ ਆਪਾਂ ਇਹਨੂੰ ਆਪਰੇਟ ਕਰਨਾ ਲੈਂਡਿੰਗ ਦੇ ਟਾਈਮ ਜ਼ੋਰ ਦੀ ਲੱਗ ਗਿਆ ਮਾਡਲ ਤਾਂ ਬਿਲਕੁਲ ਚਕਨਾਚੂਰ ਹੋ ਕੇ ਟੁੱਟ ਜੂਗਾ ਜੀ। ਤਾਂ ਹੋਇਆ ਵੀ ਹੈ ਕਿ ਹੋ ਜਾਂਦਾ ਜੀ, ਕਈ ਵਾਰ ਹੋ ਜਾਂਦਾ। ਤਾਂ ਉਦੋਂ ਫਿਰ ਮਨ ਨਿਰਾਸ਼ ਹੀ ਹੁੰਦਾ। ਹਾਂ, ਹੋ ਜਾਂਦਾ ਜੀ। ਇੱਧਰ ਤੁਸੀਂ ਮੇਰੇ ਰਾਈਟ 'ਤੇ ਆਓ ਜੀ। ਮੈਂ ਹੌਲੀ ਹੌਲੀ ਥ੍ਰੋਟਲ ਕੰਮ ਕਰ ਰਿਹਾ, ਮੈਂ ਘਟਾ ਰਿਹਾ ਮੈਂ। ਪਰਫੈਕਟ ਹੀ ਸੀ। ਬਿਲਕੁਲ ਜੀ, ਹਾਂ। ਹਵਾ ਅੱਜ ਰੁਕੀ ਹੋਈ ਹੈ ਨਾ ਜੀ, ਇਸ ਕਰਕੇ ਲੈਂਡਿੰਗ ਟੇਕ ਆਫ ਬਹੁਤ ਵਧੀਆ ਹੋ ਰਹੀਆਂ ਆਪਣੀਆਂ ਸਾਰੀਆਂ। ਥੋੜਾ ਬੰਨੇ ਦੇ ਨਾਲ ਲੱਗ ਗਿਆ, ਆਪਾਂ ਨੂੰ ਕੱਢਣਾ ਪਊਗਾ ਜਾ ਕੇ। ਓਕੇ। ਕਿਉਂਕਿ ਰਨਵੇ ਦੀ ਚੜਾਈ ਸਾਡੀ ਹੁਣ ਥੋੜੀ ਜਿਹੀ ਘੱਟ ਹੈ, ਔਰ ਇਹਦੀ ਜਿਹੜੀ ਲੈਫਟ ਤੇ ਰਾਈਟ ਟਰਨਿੰਗ ਥੋੜੀ ਜਿਹੀ ਮੈਂ ਘੱਟ ਕੀਤੀ ਹੋਈ ਹੈ, ਕਿਉਂਕਿ ਜ਼ਿਆਦਾ ਲੈਫਟ ਰਾਈਟ ਟਰਨਿੰਗ ਦੇ ਉੱਤੇ ਵੀ ਜਦੋਂ ਟੇਕ ਆਫ ਵੇਲੇ ਜਿਹਨੂੰ ਆਪਾਂ ਕਹਿੰਦੇ ਵੀ ਲਿੱਚੀ ਮਾਰ ਗਈ ਗੱਡੀ, ਜਿਵੇਂ ਉਸ ਤਰ੍ਹਾਂ ਕਰ ਜਾਂਦਾ ਇਹ। ਤਾਂ ਹੁਣ ਮੈਂ ਤਾਂ ਥੋੜਾ ਹੁਣ ਮੈਨੂੰ ਆਪਣੇ ਬਾਰੇ ਵੀ ਦੱਸੋ ਕਿ ਜਿਵੇਂ ਤੁਸੀਂ ਕਿਹਾ ਕਿ ਛੋਟੇ ਹੁੰਦੇ ਤੋਂ ਹੀ ਸ਼ੌਂਕ ਸੀਗਾ ਉੱਡਣ ਦਾ ਤੁਹਾਨੂੰ, ਹਾਲਾਂਕਿ ਇਨਸਾਨ ਤਾਂ ਹੁਣ ਵੱਖੋ-ਵੱਖ ਤਰੀਕੇ ਨਾਲ ਉੱਡਣਾ ਸ਼ੁਰੂ ਕਰ ਚੁੱਕਿਆ ਹੈ, ਤਾਂ ਕਿਵੇਂ ਸਟੱਡੀਜ਼ ਕੀ ਕੀਤੀਆਂ, ਕਿੱਥੋਂ ਪੜ੍ਹਾਈ ਕੀਤੀ, ਔਰ ਇਹ ਪਹਿਲਾ ਮਾਡਲ ਕਦੋਂ ਹੱਥ ਦੇ ਵਿੱਚ ਫੜਿਆ ਸੀਗਾ? ਮੇਰੀ ਸਟੱਡੀ ਤਾਂ ਜੀ ਤੋਂ ਬਿਲਕੁਲ ਡਿਫਰੈਂਟ ਸੀਗੀ। ਮੇਰੀ ਸਟੱਡੀ ਜੀਓਗ੍ਰਾਫੀ, ਇਕਨੋਮਿਕਸ ਤੇ ਇੰਗਲਿਸ਼ ਦੇ ਨਾਲ ਸੀਗੀ। ਪੋਸਟ ਗ੍ਰੈਜੂਏਸ਼ਨ ਦੇ ਵਿੱਚ ਮੇਰੀ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨਸ, ਤੇ ਉਸ ਤੋਂ ਬਾਅਦ ਫਿਰ ਇਹਦੀ ਜਿਹੜੀ ਸਟੱਡੀ ਮੈਂ ਕੀਤੀ ਇਹਦੀ ਆਨਲਾਈਨ ਇਹਦੀ ਮੈਂ ਸਟੱਡੀ ਕੀਤੀ ਐਰੋ ਮਾਡਲਿੰਗ ਦੀ। ਤਾਂ ਉਹ ਇੰਸਟੀਚਿਊਟ ਤੋਂ ਕਿਸੇ ਤੋਂ ਦਿੱਲੀ ਤੋਂ ਮੈਂ ਮੈਟਰ ਆਨਲਾਈਨ ਮੈਂ ਮੰਗਵਾਉਂਦਾ ਸੀ ਫੀਸ ਭਰ ਕੇ। ਔਰ ਮੇਨ ਜਿਹੜੀ ਇਹਦੀ ਜ਼ਿਆਦਾ ਜਿਹੜੀ ਇਹਦਾ ਜਿਹਦਾ ਗਿਆਨ ਹਾਸਲ ਕੀਤਾ ਉਹ ਗੂਗਲ ਤੋਂ, ਯੂਟਿਊਬ ਤੋਂ, ਇੰਟਰਨੈਟ ਤੋਂ ਮੈਂ ਬਹੁਤ ਸਿੱਖਿਆ। ਹਾਂਜੀ, ਮਤਲਬ ਮੇਰਾ ਗੁਰੂ ਇੰਟਰਨੈਟ ਮੈਂ ਕਹਿ ਸਕਦਾ। ਜਿੱਥੇ ਮਾਪੇ ਅਕਸਰ ਕਹਿ ਦਿੰਦੇ ਨੇ ਕਿ ਬੱਚੇ ਨੈਟ ਤੋਂ, ਗੂਗਲ ਤੋਂ, ਯੂਟਿਊਬ ਤੋਂ ਆਪਣਾ ਟਾਈਮ ਵੇਸਟ ਕਰਦੇ ਨੇ, ਤੁਸੀਂ ਮੈਨੂੰ ਲੱਗਦਾ ਕਿ ਆਪਣਾ ਗਿਆਨ ਹੀ ਸਾਰਾ। ਬਿਲਕੁਲ ਜੀ, ਹਾਂ। ਮੈਂ ਦੇਖੋ ਜੀ ਇਹਨਾਂ ਐਰੋ ਮਾਡਲਸ ਦੀ ਜਾਣਕਾਰੀ, ਖੇਤੀ ਦੀ ਜਾਣਕਾਰੀ ਬਹੁਤ ਅਸੀਂ ਗੂਗਲ ਤੋਂ, ਯੂਟਿਊਬ ਤੋਂ ਦੇਖਦੇ ਰਹਿੰਦੇ ਹਾਂ। ਔਰ ਮਸ਼ੀਨਰੀ ਦੀ ਇੰਪਲੀਮੈਂਟਸ ਹੋ ਗਏ ਆਪਣੇ ਖੇਤੀ ਦੇ, ਉਹਨਾਂ ਬਾਰੇ, ਟਰੈਕਟਰਾਂ ਬਾਰੇ, ਮਤਲਬ ਇੰਜਨ ਹੋ ਗਏ ਆਪਣੇ ਕੋਈ, ਮਤਲਬ ਸਾਡਾ ਜਿਹੜਾ ਜ਼ਿਆਦਾ ਲਿੰਕ ਮਕੈਨੀਕਲ ਕਹਿ ਲਓ ਜਾਂ ਇੰਜੀਨੀਅਰਿੰਗ ਪ੍ਰੋਜੈਕਟਾਂ ਦੇ ਨਾਲ ਹੀ ਹੈਗਾ, ਅਤੇ ਉਹੀ ਚੀਜ਼ਾਂ ਚੰਗੀਆਂ ਲੱਗਦੀਆਂ ਜੀ। ਹਾਂਜੀ। ਤਾਂ ਅੱਗੇ ਹੁਣ ਕਿਹੜੇ ਜਹਾਜ਼ ਜਿਹੜੇ ਤੁਸੀਂ ਉਹ ਤਿਆਰ ਕਰਨੇ ਨੇ, ਅੱਗੇ ਸਟ੍ਰੀਮਲਾਈਨ ਕਿਹੜੀਆਂ ਚੀਜ਼ਾਂ ਕੀਤੀਆਂ ਹੋਈਆਂ ਨੇ?
ਇਹਦੇ ਵਿੱਚ ਜੀ ਮੇਨ ਜਿਹੜੀ ਮੇਰਾ ਜਿਹੜਾ ਤੁਹਾਨੂੰ ਅੱਗੇ ਵੀ ਜ਼ਿਕਰ ਕੀਤਾ, ਹੁਣ ਮੈਂ ਸਕੇਲਿੰਗ ਕਰਨੀ ਸ਼ੁਰੂ ਕੀਤੀ ਹੋਈ ਹੈ। ਸਕੇਲਿੰਗ ਕੀ ਚੀਜ਼ ਹੁੰਦੀ ਹੈ? ਐਕਚੁਅਲ ਜਿਹੜੇ ਜਹਾਜ਼ ਦੁਨੀਆ 'ਚ ਚੱਲ ਰਹੇ ਆ ਜੀ, ਉਹਨਾਂ ਨੂੰ ਕਾਪੀ ਕਰਕੇ, ਓਕੇ ਉਹਨਾਂ ਨੂੰ ਉਹਨਾਂ ਦੀ ਫੋਟੋ ਤੋਂ ਵੇਖ ਕੇ ਔਰ ਫੋਟੋ ਤੋਂ ਹੀ ਮੈਜਰ ਕਰਕੇ ਜੀ, ਉਹਦਾ ਸਕੇਲ ਅਸੀਂ ਤਿਆਰ ਕਰਦੇ ਹਾਂ। ਅੱਛਾ। ਤੇ ਉਹ ਕਿੱਥੇ ਵਰਕਸ਼ਾਪ ਦੇ ਵਿੱਚ ਸਾਰਾ ਰੱਖਿਆ? ਹਾਂਜੀ, ਉੱਥੇ ਹੀ ਮੈਂ ਤਿਆਰ ਤੇ ਚਲਿਏ ਆਪਾਂ, ਮੈਂ ਕਹਿੰਦਾ ਉੱਥੇ ਵੀ ਦੇਖਦੇ ਹੈਗੇ ਆ। ਮੇਨ ਜਿਹੜਾ ਹੁਣ ਫੋਕਸ ਸਾਡਾ ਸਕੇਲਿੰਗ ਤੇ ਹੋਇਆ ਹੈ ਵੀ ਹੁਣ ਫ੍ਰੀ ਹੈਂਡ ਜਹਾਜ਼ ਬਣਾਉਣ ਦੀ ਬਜਾਏ ਸਕੇਲਡ ਵਰਜ਼ਨ ਹੈ ਜਿਹੜੇ ਜਹਾਜ਼ਾਂ ਦੇ, ਜਿਵੇਂ A330 ਤੁਸੀਂ ਦੇਖ ਰਹੇ ਆ ਜੀ, ਇਹ ਹੁਣ ਜਿਹੜੀ ਆਪਣੀ ਜਿਹੜਾ A380 ਇੱਕ ਕੰਪਨੀ ਹੈ ਡ੍ਰੀਮਲਾਈਨਰ, ਜਿਨ੍ਹਾਂ ਨੇ ਇੱਕ ਵੱਡਾ ਜਹਾਜ਼ ਬਣਾਇਆ ਸੀ, ਉਹਨਾਂ ਨੇ ਇੱਕ A330 ਬਣਾਇਆ। ਹੁਣ ਇਹ ਜਹਾਜ਼ ਥੋੜੀ ਜਿਹੀ ਉੱਪਰੋਂ ਕਵਰਿੰਗ ਇੱਕ ਦਿਨ ਕ੍ਰੈਸ਼ ਹੋ ਗਿਆ ਸੀਗਾ, ਇਹਦੀ ਕਵਰਿੰਗ ਖਰਾਬ ਹੋ ਗਈ ਸੀ ਔਰ ਇਹਦੀ ਜਿਵੇਂ ਇਹ ਸਕੇਲਿੰਗ ਕਰਕੇ ਮੈਂ ਤਿਆਰ ਕੀਤਾ। ਇਹਨੂੰ 2 ਸਾਲ ਹੋ ਗਏ ਬਣੇ ਨੂੰ ਜੀ, ਇਹਦੀ ਬੜੀ ਫਲਾਈਂਗ ਕੀਤੀ ਹੈ। ਇਸੇ ਤਰ੍ਹਾਂ ਹੀ ਹੋਰ ਮੈਂ ਵੱਡੇ, ਹੁਣ ਮੈਂ ਇੱਕ ਐਂਟੋਨੋਵ 225 ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਕਾਰਗੋ ਪਲੇਨ ਹੈ, ਹੁਣ ਉਹਦੀ ਇੱਕ ਮੈਂ ਕਾਪੀ ਬਣਾਉਣ ਜਾ ਰਿਹਾ। ਰਸ਼ੀਆ, ਹਾਂਜੀ, ਜਿਹੜਾ ਯੂਕਰੇਨ ਦੇ ਵਿੱਚ ਜਿਹੜਾ ਜਹਾਜ਼ ਰਸ਼ੀਅਨਸ ਨੇ ਤੋੜਤਾ ਸੀ, ਉਹ ਜਹਾਜ਼ ਦੀ ਮੈਂ ਇੱਕ ਮਤਲਬ ਕਿ ਟ੍ਰਿਬਿਊਟ ਆ ਉਹ ਜਹਾਜ਼ ਨੂੰ, ਉਹਦੀ ਮੈਂ ਇੱਕ ਕਾਪੀ ਬਣਾਵਾਂਗਾ ਜੀ ਔਰ ਵੱਡੇ ਸਕੇਲ 'ਚ ਬਣਾਵਾਂਗਾ, ਘੱਟੋ ਘੱਟ ਜਿਹਦਾ ਵਿੰਗ ਸਪੈਨ 10 ਫੁੱਟ ਹੋਊਗਾ ਔਰ ਉਹਨੂੰ ਮੈਂ ਕੋਸ਼ਿਸ਼ ਹੈ ਮੇਰੀ, ਮੈਂ ਰਿਕਾਰਡ ਵੀ ਉਹਦਾ ਮੈਂ ਦਰਜ ਕਰਾਊਂਗਾ। ਚਲਿਏ ਆਪਾਂ ਅੰਦਰ ਜੀ। ਤਾਂ ਖੇਤਾਂ ਤੋਂ ਹੁਣ ਘਰ ਨੂੰ ਪਹੁੰਚ ਚੁੱਕੇ ਹਾਂ, ਤਾਂ ਇੱਥੇ ਹੀ ਵਰਕ ਸਟੇਸ਼ਨ ਤੁਸੀਂ ਆਪਣਾ ਬਣਾਇਆ ਹੋਇਆ ਜੀ? ਹਾਂਜੀ ਬਿਲਕੁਲ ਜੀ, ਇੱਥੇ ਹੀ ਰੂਮ ਇੱਕ ਤਿਆਰ ਕੀਤਾ ਹੋਇਆ ਔਰ ਉਸੇ ਕਮਰੇ ਦੇ ਵਿੱਚ ਬੈਠ ਕੇ ਜਦੋਂ ਸਮਾਂ ਮਿਲਦਾ ਜੀ ਦਿਨ ਰਾਤ ਤੇ ਸਮਾਂ ਕੱਢ ਕੇ ਮੈਂ ਲੱਗਿਆ ਰਹਿੰਦਾ ਇਹਨੂੰ ਬਣਾਉਣ ਤੇ, ਇਹਨੂੰ ਤਿਆਰ ਕਰਨ ਤੇ, ਜਾਂ ਕੋਈ ਡੈਮੇਜ ਹੋ ਜਾਂਦਾ ਥੋੜਾ ਬਹੁਤਾ ਉਹਦੀ ਰਿਪੇਅਰ ਕਰਦੇ ਰਹਿੰਦੇ ਆ ਔਰ ਬੜਾ ਮਨ ਲੱਗਦਾ ਜੀ, ਬਹੁਤ ਵਧੀਆ ਟਾਈਮ ਲੰਘਦਾ, ਪਤਾ ਹੀ ਨਹੀਂ ਲੱਗਦਾ ਦਿਨ ਕਦੋਂ ਲੰਘ ਜਾਂਦਾ ਹੈ ਇਸ ਹੌਬੀ 'ਚ ਮਤਲਬ ਕੰਮ ਕਰਦੇ ਹਨ। ਤਾਂ ਇਹ ਪ੍ਰੋਪਰ ਹੁਣ ਇਹ ਵਰਕ ਸਟੇਸ਼ਨ ਹੈ? ਹਾਂਜੀ, ਇਹ ਤੁਸੀਂ ਦੇਖ ਸਕਦੇ ਆ ਜੀ, ਆ ਜਿੰਨੇ ਵੱਡੇ ਐਰੋ ਮਾਡਲਸ ਪਏ ਆ ਇਹ ਸਾਰੇ ਮੇਰੇ ਆਪਦੇ ਹੱਥਾਂ ਨਾਲ ਬਣਾਏ ਹੋਏ ਆ ਜੀ ਔਰ ਇੱਥੇ ਹੀ ਆਹੀ ਰੂਮ ਦੇ ਵਿੱਚ ਇਹ ਮਾਡਲ ਜਿਹੜੇ ਆਪਣੇ ਬਣੇ ਹੋਏ ਆ ਤੁਸੀਂ ਦੇਖ ਸਕਦੇ ਜਿਵੇਂ A330 J20। ਇਹ ਤੁਸੀਂ ਕਿਹਦਾ ਜ਼ਿਕਰ ਕਰ ਰਹੇ ਸੀ? ਹਾਂਜੀ, ਨਵਾਂ ਤਿਆਰ ਕਰ? ਇਹ ਨਵਾਂ ਤਿਆਰ ਕੀਤਾ ਜੀ ਫਾਈਟਰ J20 ਔਰ ਇਹਦੇ ਕੰਟਰੋਲਸ ਵੀ ਉਹਦੇ ਵਾਂਗੂ ਹੀ ਵਰਕਿੰਗ 'ਚ ਆਪਾਂ ਕੀਤੇ ਹੋਏ ਨੇ ਔਰ ਆਹ ਤਾਂ ਆਪਾਂ ਫਲਾਈਂਗ ਇਹਦੀ ਜਿਹੜੀ ਜਹਾਜ਼ ਦੀ ਜਿਹੜੀ ਹੈਗੀ ਆ ਸੁਖੋਈ ਦੀ ਤੁਹਾਨੂੰ ਦਿਖਾਈ ਹੈ ਮੈਂ, ਔਰ ਉਹ UAV ਜਿਹੜਾ ਡਿਜ਼ਾਈਨ ਹੈ ਇਲੈਕਟ੍ਰਿਕ ਵਰਜ਼ਨ ਜਿਹੜਾ ਉਡਾਇਆ ਸੀ ਆਪਾਂ, ਔਰ ਪਿੱਛੇ ਇੱਕ ਵੱਡਾ ਪਿਆ ਉਹਦਾ ਨਾਂ ਹਿੰਦੁਸਤਾਨ ਰੱਖਿਆ ਆਪਾਂ, ਹਿੰਦੁਸਤਾਨ 50, ਉਹਨੂੰ ਇੰਜਨ ਉਹ ਚਲਾਇਆ ਹੋਇਆ ਜੀ, ਘਾਹ ਕੱਟਣ ਵਾਲੇ ਦਾ ਬਰਸ਼ ਕਟਰ ਦਾ ਇੰਜਨ ਮੋਡੀਫਾਈ ਕਰਕੇ ਉਹਦੀ ਲਾਇਆ ਔਰ ਬੈਕ ਤੇ ਇੱਕ ਛੋਟਾ ਸੁਖੋਈ ਹੋਰ ਪਿਆ, ਉਹਦੀ ਬੜੀ ਫਲਾਈਂਗ ਹੋ ਚੁੱਕੀ ਉਹ ਜਹਾਜ਼ ਦੀ, ਉਹਨੂੰ ਵੀ 3-4 ਸਾਰੇ ਟਾਇਰ ਵੀ ਹੁੰਦੇ ਨੇ ਜਹਾਜ਼? ਹੋ ਜਾਂਦੇ ਜੀ, ਮਟੀਰੀਅਲ ਕਿਉਂਕਿ ਥਰਮੋਕੋਲ ਹੈ, ਹੌਲੀ ਹੌਲੀ ਜਿਹੜਾ ਮਟੀਰੀਅਲ ਹੈ ਇਹ ਬ੍ਰਿਟਲ ਹੋ ਜਾਂਦਾ, ਭੁਰਭੁਰਾ ਹੋ ਜਾਂਦਾ, ਪਰ ਇਹਦਾ ਬੰਦੋਬਸਤ ਅਸੀਂ ਕਰਦੇ ਹਾਂ। ਜਿਵੇਂ ਆਹ ਦੇਖੋ ਇਹਦੇ ਉੱਪਰ ਪੂਰੀ ਟੇਪਿੰਗ ਕਵਰਿੰਗ ਕੀਤੀ ਹੋਈ ਹੈ ਔਰ ਇਹ ਜੇ ਕ੍ਰੈਸ਼ ਨਾ ਹੋਵੇ, ਇਹ ਜਹਾਜ਼ ਨੋਰਮਲ ਆਪਾਂ ਜਿਵੇਂ ਫਲਾਈਂਗ ਕਰਦੇ ਹਾਂ ਜੀ, ਇਹ ਘੱਟੋ ਘੱਟ ਕੋਈ 5-6 ਸਾਲ 7 ਸਾਲ ਕਿਤੇ ਨਹੀਂ ਜਾਂਦਾ ਇਹ ਖਰਾਬ। ਸਭ ਤੋਂ ਪਹਿਲਾ ਜਹਾਜ਼ ਦਿਖਾਓ ਜਿਹੜਾ ਤੁਸੀਂ ਸਭ ਤੋਂ ਪਹਿਲਾ ਜਹਾਜ਼ ਕਿਹੜਾ ਉਡਾਉਣਾ ਸ਼ੁਰੂ ਕੀਤਾ ਸੀਗਾ? ਪਹਿਲਾ ਜਹਾਜ਼ ਇਸ ਤਰ੍ਹਾਂ ਦਾ ਜਹਾਜ਼ ਆ, ਗਲਾਈਡਰ ਪਿਆ ਜੀ ਇੱਕ ਪੁਰਾਣਾ, ਇਹ ਮੇਰਾ ਤੀਸਰਾ ਗਲਾਈਡਰ ਹੈ ਔਰ ਆ ਲੰਬਾ ਦੇਖ ਰਹੇ ਹਾਂ। ਸਭ ਤੋਂ ਪਹਿਲਾਂ ਜਿਹੜੇ ਵੱਡੇ ਜਹਾਜ਼ ਤੇ ਫਲਾਈਂਗ ਸ਼ੁਰੂ ਕੀਤੀ ਸੀ ਇਹ ਫੀਨਿਕਸ, ਇੱਕ ਬੜਾ ਵਧੀਆ ਜਹਾਜ਼ ਹੈ ਇਹ ਔਰ ਗਲਾਈਡਰ ਹੈ ਔਰ ਇੱਕ ਕੰਪਨੀ ਦੀ ਕਿੱਟ ਹੈ, ਇਹਦੇ ਤੇ ਮੈਂ ਪਹਿਲਾਂ ਬਹੁਤ ਜ਼ਿਆਦਾ ਫਲਾਈਂਗ ਕੀਤੀ ਹੈ ਔਰ ਫਿਰ ਇਸ ਤੋਂ ਬਾਅਦ ਇੱਕ ਵੱਡਾ ਸਕਾਈ ਸਰਫਰ ਇੱਧਰ ਤੁਸੀਂ ਦੇਖ ਰਹੇ ਹੋ, ਇਹ ਵੀ ਵੱਡਾ ਗਲਾਈਡਰ ਹੈ ਜੀ, ਇਹਦੇ ਤੇ ਬੜੀ ਫਲਾਈਂਗ ਕੀਤੀ, ਇਹ ਰਿਟਾਇਰ ਕਰਤਾ, ਇਹਨੂੰ ਡੈਮੇਜ ਹੋ ਗਿਆ ਸੀ, ਕ੍ਰੈਸ਼ ਹੋ ਗਿਆ ਸੀ। ਐਕਚੁਅਲੀ ਹੁਣ ਜਦੋਂ ਤੋਂ ਮੈਂ ਖੁਦ ਬਣਾਉਣ ਲੱਗ ਗਿਆ ਜੀ, ਤੇ ਮੈਂ ਮੁੱਲ ਦੇ ਜਹਾਜ਼ ਆ ਜਿਹੜੇ ਉਹ ਮੈਂ ਖਰੀਦਣੇ ਬੰਦ ਕਰਤੇ। ਸਟਾਰਟਿੰਗ ਚ ਇਨੀਸ਼ੀਅਲੀ ਤੁਸੀਂ ਮੁੱਲ ਦੇ ਖਰੀਦੇ? ਬਿਲਕੁਲ ਜੀ, ਸਟਾਰਟਿੰਗ ਦੇ ਵਿੱਚ ਬੜਾ ਪੈਸਾ ਇਹ ਤੇ ਇਨਵੈਸਟ ਹੋਇਆ ਜੀ। ਕਿੰਨਾ ਕੁ ਪੈਸਾ ਲਾਤਾ? ਲੱਖਾਂ 'ਚ ਹੀ ਹੋ ਗਿਆ ਜੀ। ਹਾਂਜੀ ਹਾਂ, ਲੱਖਾਂ 'ਚ ਹੀ ਹੋ ਗਿਆ। ਕੋਈ ਮੇਰਾ ਖਿਆਲ ਵੀ ਇਨੀਸ਼ੀਅਲ ਇਨਵੈਸਟਮੈਂਟ ਜਦੋਂ ਕਿੱਟਾਂ ਮੈਂ ਲੈਂਦਾ ਰਿਹਾ, ਰਿਮੋਟ ਖਰੀਦੇ ਚੰਗੇ, ਕੋਈ 4 ਲੱਖ 5 ਲੱਖ ਤੱਕ ਰੁਪਈਆ ਮੇਰੇ ਖਿਆਲ ਲੱਗ ਗਿਆ ਹੋਊਗਾ। ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਸ਼ੌਂਕ ਦਾ ਕੋਈ ਮੁੱਲ ਨਹੀਂ। ਫਿਰ ਕਿਉਂਕਿ ਜਦੋਂ ਘਰਦਿਆਂ ਦਾ, ਸਾਰੇ ਪਰਿਵਾਰ ਦਾ ਜਿਹੜਾ ਸਹਿਯੋਗ ਹੈ, ਆਪਣੇ ਪਿੰਡ ਦਾ ਸਹਿਯੋਗ, ਯਾਰਾਂ ਦੋਸਤਾਂ ਦਾ ਸਹਿਯੋਗ, ਪੋਜ਼ਿਟਿਵ ਸਹਿਯੋਗ ਜਦੋਂ ਤੁਹਾਨੂੰ ਮਿਲੇ, ਨੈਗੇਟਿਵ ਸਹਿਯੋਗ ਤੁਹਾਡਾ ਮਨੋਬਲ ਡੇਗਦਾ ਜੀ, ਔਰ ਇੱਕ ਹੱਲਾਸ਼ੇਰੀ ਵਾਲਾ ਜਿਹੜਾ ਸਹਿਯੋਗ ਹੈ ਤੁਹਾਡਾ ਮਨੋਬਲ ਉਹਨਾਂ ਹੋਰ ਵੱਧਦਾ। ਅਤੇ ਮੈਨੂੰ ਵਧੀਆ ਸਹਿਯੋਗ ਮਿਲਿਆ ਔਰ ਖਾਸ ਕਰਕੇ ਜਿਹੜੇ ਜਿੰਨੇ ਨਿਊਜ਼ ਚੈਨਲਾਂ ਵਾਲੇ ਤੁਹਾਡੇ ਵਰਗੇ ਵੀਰ ਹੁਣ ਤੱਕ ਅਨੇਕਾਂ ਹੀ ਆ ਚੁੱਕੇ ਆ, ਔਰ ਜਿਹੜੇ ਦੇਖਦੇ ਆ ਸਾਡੇ ਵੀਰ ਭਰਾ ਭੈਣਾਂ ਮਾਤਾਵਾਂ, ਉਹਨਾਂ ਦਾ ਬੜਾ ਉਹ ਮੈਨੂੰ ਲੱਗਦਾ ਕਿਉਂਕਿ ਕਿਤੇ ਨਾ ਕਿਤੇ ਨੌਜਵਾਨਾਂ ਦੇ ਵਾਸਤੇ, ਯੂਥ ਵਾਸਤੇ ਇੱਕ ਬਹੁਤ ਸੋਹਣਾ ਮੈਸੇਜ ਹੈਗਾ। ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਤੁਸੀਂ YouTube ਇੰਟਰਨੈਟ ਤੋਂ ਹੀ ਇਹ ਸਾਰੀ ਚੀਜ਼ਾਂ ਸਿੱਖੀਆਂ, ਤਾਂ ਮੈਨੂੰ ਲੱਗਦਾ ਕਿ ਯੂਥ ਆਪਣੀ એનર્ਜੀ ਚੰਗੇ ਪਾਸੇ ਵੀ ਚੈਨਲਾਈਜ਼ ਕਰ ਸਕਦਾ ਹੈਗਾ। ਔਰ ਜੇ ਕਿਸੇ ਨੇ ਸਿੱਖਣਾ ਹੈ, ਜੇ ਕਿਸੇ ਨੇ ਆਪਣੀ ਹੌਬੀ ਬਣਾਉਣੀ ਹੈ, ਤਾਂ ਕਿਵੇਂ ਤੁਹਾਡੇ ਨਾਲ ਰਾਬਤਾ ਕਰ ਸਕਦਾ? ਬਿਲਕੁਲ ਜੀ, ਜੇ ਕੋਈ ਇਹਨੂੰ ਐਜ਼ ਏ ਹੌਬੀ ਸ਼ੁਰੂ ਕਰਨੀ ਚਾਹੁੰਦਾ ਤਾਂ ਸਭ ਤੋਂ ਪਹਿਲਾਂ ਇੱਕ ਫਲਾਈਂਗ ਸਿਮੂਲੇਟਰ ਸੌਫਟਵੇਅਰ ਹੁੰਦਾ, ਉਹ ਤੁਹਾਡੇ ਕੰਪਿਊਟਰ 'ਚ, ਲੈਪਟਾਪ 'ਚ ਜਾਂ ਤੁਹਾਡੇ ਜਿਹੜਾ ਟੇਬਲ ਟਾਪ ਦੇ ਵਿੱਚ ਉਹਨੂੰ ਲੋਡ ਹੋ ਜਾਂਦਾ, ਤਾਂ ਸੇਮ ਇਹ ਰਿਮੋਟ ਦੇ ਨਾਲ ਉਹਦੇ ਵਿੱਚ ਜਹਾਜ਼ ਦੀ ਫਲਾਈਂਗ ਹੁੰਦੀ ਹੈ। ਉਹਦੇ ਬੇਸਿਕ ਜਿਵੇਂ ਆਪਾਂ ਕਹਿੰਦੇ ਤੁਹਾਡੇ ਹੱਥ ਸਿੱਧੇ ਹੋ ਜਾਂਦੇ ਆ, ਜਿਵੇਂ ਇੱਕ ਵਾਰ ਤੁਸੀਂ ਟੇਕ ਆਫ ਲੈਂਡਿੰਗ ਉਹਨੂੰ ਹੈਂਡਲ ਕਰਨਾ ਸਿੱਖ ਜਾਂਦੇ ਆ, ਤਾਂ ਫਿਰ ਸਟਾਰਟਿੰਗ ਦੇ ਵਿੱਚ ਇੱਕ ਗਲਾਈਡਰ ਕੈਟਾਗਰੀ ਦੇ ਜਿਹੜੇ ਜਹਾਜ਼ ਆ ਜਿਹੜੇ ਫਲਾਈਂਗ ਕਰਨੇ ਬੜੇ ਈਜ਼ੀ ਹੁੰਦੇ ਆ, ਉਹਦੇ ਤੋਂ ਸ਼ੁਰੂਆਤ ਹੋ ਜਾਂਦੀ ਹੈ ਜੀ।
ਔਰ ਗਲਾਈਡਰ ਤੋਂ ਸ਼ੁਰੂਆਤ ਹੁੰਦੀ ਹੁੰਦੀ ਹੌਲੀ ਹੌਲੀ ਫਿਰ ਤੁਸੀਂ ਐਰੋਬੈਟਿਕ ਔਰ ਕਈ ਸਾਰੇ ਜਿਹੜੇ ਜੈਟ ਕੈਟਾਗਰੀ ਦੇ ਜਹਾਜ਼ ਆ ਜੈਟਸ, ਇਹ ਉੱਪਰ ਇੱਕ ਜੈਟ ਪਿਆ ਤੁਹਾਨੂੰ, ਇਹ ਨਾਲ ਦੇ ਹੋਰ ਵੀ ਅੰਦਰ ਮਾਡਲ ਪਏ ਤੁਹਾਨੂੰ ਮੈਂ ਦਿਖਾਉਣਾ। ਜਿਹੜੇ ਜੈਟ ਜਿਹਦੀ ਸਪੀਡ ਘੱਟੋ ਘੱਟ 110 ਕਿਲੋਮੀਟਰ ਪਰ ਆਵਰ ਦੀ ਸਪੀਡ 'ਤੇ ਉਹ ਫਲਾਈਂਗ ਕਰਦਾ ਹੈ। ਔਰ ਮੇਰੀ ਹਵਾਈ ਪੱਟੀ ਉਹਦੇ ਵਾਸਤੇ ਬੜੀ ਛੋਟੀ ਹੈ, ਉਹਨੂੰ ਟੇਕ ਆਫ ਤੇ ਲੈਂਡਿੰਗ ਕਰਵਾਉਣ ਵਾਸਤੇ। ਉਹਦੇ ਵਾਸਤੇ ਮੈਨੂੰ ਜਿਹੜੀ ਸਾਡੀ ਪਟਿਆਲੇ ਐਵੀਏਸ਼ਨ ਇਹ ਸਿਵਲ ਐਵੀਏਸ਼ਨ ਦਾ ਜਿਹੜਾ ਫਲਾਈਂਗ ਕਲੱਬ ਹੈ, ਉੱਥੇ ਸਾਨੂੰ ਉਹ ਸੰਡੇ ਨੂੰ ਰਨਵੇ ਫ੍ਰੀ ਮਿਲ ਜਾਂਦੀ, ਉੱਥੇ ਹੌਬੀਇਸਟ ਹੋਰ ਵੀ ਇਕੱਠੇ ਹੋ ਕੇ ਆਉਂਦੇ ਆ। ਤਾਂ ਉਹ ਫਿਰ ਇਸ ਤਰ੍ਹਾਂ ਜਿਹੜੇ ਜੈਟ ਵਗੈਰਾ ਜਹਾਜ਼ ਆ ਫਾਸਟ, ਉੱਥੇ ਫਲਾਈਂਗ ਅਸੀਂ ਉਹਨਾਂ ਦੀ ਕਰ ਲੈਂਦੇ ਹਾਂ। ਹਾਲਾਂਕਿ ਕੰਟਰੋਲਸ ਤੁਸੀਂ ਹੁਣ ਸਾਰੇ ਬਹੁਤ ਵਧੀਆ ਤਰੀਕੇ ਨਾਲ ਬਾਖੂਬੀ ਤਰੀਕੇ ਨਾਲ ਜਾਣ ਚੁੱਕੇ ਹੈਗੇ ਹੋ, ਤਾਂ ਮਨ 'ਚ ਆ ਨਹੀਂ ਰਿਹਾ ਕਿ ਪਾਇਲਟ ਵਾਲਾ ਵੀ ਕੀੜਾ ਕੱਢ ਹੀ ਲਈਏ? ਕਦੀ ਸੋਚਿਆ ਸੀਗਾ ਕਿ ਪਾਇਲਟ ਵੀ ਬਣਨਾ ਹੈ? ਇਹ ਮਨ ਦੇ ਵਿੱਚ ਸ਼ੌਂਕ ਸੀਗਾ? ਇਹ ਵੀ ਪਾਇਲਟ ਦਾ ਸ਼ੌਂਕ ਨਹੀਂ ਸੀਗਾ ਜੀ, ਸ਼ੌਂਕ ਉੱਡਣ ਦਾ ਹੀ ਸੀ। ਬਸ ਐਂ ਸੀ ਵੀ ਕੋਈ ਪਰਮਾਤਮਾ ਕੁਛ ਇਹੋ ਜਿਹਾ ਕੁਛ ਕਰੇ ਵੀ ਉੱਡਣ ਲੱਗ ਜਾਵੇਂ, ਬਸ ਬੈਠਾ ਮੈਂ ਖੰਭ ਮਾਰਾਂ ਅਤੇ ਉੱਡ ਜਾਵਾਂ। ਇੱਕ ਪਤਾ ਨਹੀਂ ਇਹ ਕਿਉਂ ਬਚਪਨ ਦੇ ਵਿੱਚ ਇੱਕ ਦਿਮਾਗ 'ਚ ਇਹ ਕਹਾਣੀ, ਇੱਕ ਮੇਰੇ ਪਿਤਾ ਜੀ ਨੇ ਮੈਨੂੰ ਕਹਾਣੀ ਸੁਣਾਈ ਸੀ ਵੀ ਇਸ ਤਰ੍ਹਾਂ ਕੋਈ ਬਾਹਰਲੇ ਮੁਲਕ ਦਾ ਬੰਦਾ ਸੀ, ਉਹਨੇ ਆਪਦੇ ਮੋਮ ਦੇ ਨਾਲ ਖੰਭ ਜੋੜ ਲਏ। ਕੋਈ ਪੁਰਾਣੀ ਕਿਸੇ ਬੁੱਕ ਦੇ ਵਿੱਚ ਉਹ ਕਹਾਣੀ ਸੀ, ਉਹ ਵੀ ਮੈਨੂੰ ਸੁਣਾਉਂਦੇ ਹੁੰਦੇ ਸੀ। ਔਰ ਉਹ ਕਹਾਣੀ ਦਾ ਵੀ ਜਿਹੜਾ ਮੇਰੇ ਨਾ ਦਿਮਾਗ ਦੇ ਉੱਤੇ ਇੱਕ ਅਸਰ ਜਿਹਾ ਹੋ ਗਿਆ। ਉਦੋਂ ਕੁਛ ਕੁ ਸੁਪਨਿਆਂ ਦੇ ਵਿੱਚ ਮੈਨੂੰ ਲੱਗਣਾ ਵੀ ਮੈਂ ਉੱਡੀ ਜਾਂਦਾ। ਅਤੇ ਜਿਹੜਾ ਪਾਇਲਟ ਵਾਲੀ ਤੁਸੀਂ ਗੱਲ ਕੀਤੀ ਹੈ, ਉਹ ਹੁਣ ਤਮੰਨਾ ਹੈ ਜੀ। ਉਹ ਪਰਮਾਤਮਾ ਕਿਰਪਾ ਕਰੂਗਾ ਜਿਸ ਦਿਨ, ਉਹਦੀ ਕਿਰਪਾ ਦੇ ਨਾਲ ਉਹ ਵੀ ਹੋ ਜੂ ਪੂਰਾ ਆਪਣਾ। ਮੇਰੇ ਹੈਗੇ ਆ ਦੋਸਤ ਜਿਹੜੇ ਪੈਰਾਗਲਾਈਡਿੰਗ ਕਰ ਰਹੇ ਆ ਆਪਣੇ, ਸਾਡੇ ਇੱਧਰ ਮੁਕਤਸਰ ਤੋਂ ਸੁਖਚਰਨ ਸਿੰਘ ਨਿੱਕਾ ਬਰਾੜ, ਅਸੀਂ ਉਹਨਾਂ ਨੂੰ ਵੀਰ ਜੀ ਨੂੰ ਕਹਿੰਦੇ ਹਾਂ ਪਿਆਰ ਨਾਲ, ਔਰ ਉਹ ਪੈਰਾਗਲਾਈਡਿੰਗ ਕਰਦੇ ਬੜੀ ਵਧੀਆ। ਭੁਪਿੰਦਰ ਸਿੰਘ ਜੀ ਧਨੌਲੇ ਵਾਲੇ ਆਰਟਿਸਟ ਆ ਜਿਹੜੇ, ਸ਼ਾਇਦ ਤੁਸੀਂ ਸੁਣਿਆ ਹੋਊਗਾ, ਉਹ ਪੈਰਾਗਲਾਈਡਿੰਗ ਕਰਦੇ ਆ। ਔਰ ਇੱਕ ਬਲਜੀਤ ਸਿੰਘ ਜੀ ਸਾਡੇ ਹੈਗੇ ਚੰਡੀਗੜ੍ਹ ਤੋਂ, ਇਹ ਸਾਰਾ ਸਾਡੇ ਸਰਕਲ ਹੈ, ਦੋਸਤ ਨੇ। ਰਾਜਨ ਜੀ ਮੋਗੇ ਤੋਂ, ਇਹ ਪੈਰਾਗਲਾਈਡਰ ਦੇ ਫਲਾਇਰ ਤਕਰੀਬਨ 4-5 ਫਲਾਇਰ। ਪਰਮਜੀਤ ਜੀ ਸੰਗਤਪੁਰੇ ਵਾਲੇ ਬੜੇ ਉਹ। ਖਾਸ ਗੱਲ ਤੁਹਾਨੂੰ ਮੈਂ ਕਹਿੰਦਾ ਕਿ ਭਾਵੇਂ ਇੰਨੀ ਜ਼ਮੀਨ ਹੈਗੀ ਹੈ, ਇੰਨਾ ਨਾਮ ਹੈਗਾ, ਤੁਸੀਂ ਹਵਾ 'ਚ ਨਹੀਂ ਉੱਡਣ ਵਾਲੇ ਵਿਅਕਤੀ ਹੈਗੇ, ਤੁਸੀਂ ਜ਼ਮੀਨ ਨਾਲ ਜੁੜੇ ਹੋਏ ਹੋ, ਗਰਾਊਂਡਡ ਬੰਦੇ ਹੈਗੇ। ਬਿਲਕੁਲ ਜੀ, ਇਹ ਜ਼ਰੂਰੀ ਹੈ ਜੀ। ਜੇ ਆਪਾਂ ਆਪਦੇ ਪੈਰ ਛੱਡ ਗਏ ਤਾਂ ਫਿਰ ਆਪਣੇ 'ਚ ਹਉਮੈ ਆ ਜੂਗੀ ਜੀ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਸਮਾਏ। ਜੇ ਹਉਮੈ ਦਾ ਰੋਗ ਆਪਾਂ ਨੂੰ ਲੱਗ ਗਿਆ ਤਾਂ ਫਿਰ ਆਪਾਂ ਫੇਲ ਹੋ ਜਾਵਾਂਗੇ ਜੀ। ਉਹ ਤਾਂ ਗੁਰਬਾਣੀ ਵੀ ਕਹਿੰਦੀ ਹੈ। ਅਖੀਰ ਦੇ ਵਿੱਚ ਕਿਵੇਂ ਹੁਣ ਇੱਥੇ ਪ੍ਰੋਸੈਸ ਚੱਲਦਾ ਹੈ, ਕੀ ਤਿਆਰ ਹੁੰਦਾ ਔਰ ਕਿਹੜਾ ਮਟੀਰੀਅਲ ਯੂਜ਼ ਕਰਦੇ ਹੈਗੇ ਹੋ ਤੁਸੀਂ ਥਰਮਾਕੋਲ ਦਾ ਜ਼ਿਕਰ ਕਰ ਰਹੇ ਸੀ, ਤਾਂ ਥਰਮਾਕੋਲ ਦੇ ਨਾਲ ਇਹ ਜਹਾਜ਼ ਸਾਰੇ ਬਣਦੇ? ਹਾਂਜੀ, ਤੁਸੀਂ ਦੇਖ ਸਕਦੇ ਜਿਵੇਂ ਇੱਧਰ ਸ਼ੀਟਾਂ ਪਈਆਂ ਸਾਹਮਣੇ ਜੀ, ਉਹ ਥਰਮੋਕੋਲ ਦੀਆਂ ਸ਼ੀਟਾਂ ਪਈਆਂ ਜੀ। ਕੁਛ ਕੇ ਹੁਣ ਮੇਰੇ ਕੋਲ ਲਿਆਉਣ ਵਾਲੀ ਹੈ, ਖਤਮ ਹੋ ਗਈ ਤਕਰੀਬਨ। ਉੱਪਰ ਵੀ ਥੋੜ੍ਹੀ ਥਰਮੋਕੋਲ ਦੀਆਂ ਸ਼ੀਟਾਂ ਪਈਆਂ। ਇਹ ਥਰਮੋਕੋਲ ਐਕਚੁਅਲੀ ਇਹ ਥਰਮੋਕੋਲ ਜਿਹੜੀ ਹਾਈ ਡੈਂਸਿਟੀ ਦੀ ਮੈਂ ਮੰਗਵਾਉਣਾ। ਮੋਟੀ ਹੁੰਦੀ ਥੋੜ੍ਹੀ? ਮੋਟੀ ਨਹੀਂ, ਇਹਦਾ ਕਣ ਬਰੀਕ ਹੁੰਦਾ ਔਰ ਇਹ ਹਾਰਡ ਹੁੰਦੀ ਹੈ। ਜਿਵੇਂ ਜਿਵੇਂ ਇਹਦੀ ਡੈਂਸਿਟੀ ਘਟਦੀ ਜਾਂਦੀ, ਇਹਦੇ ਕਣ ਮੋਟੇ ਹੁੰਦੇ ਜਾਂਦੇ ਆ ਔਰ ਬ੍ਰਿਟਲ ਜੀ ਹੁੰਦੀ ਜਾਂਦੀ ਹੈ। ਤਾਂ ਇਹ 20 ਡੈਂਸਿਟੀ ਦੀ ਥਰਮੋਕੋਲ ਮੈਂ ਸਪੈਸ਼ਲ ਤਿਆਰ ਕਰਵਾਉਣਾ ਫੈਕਟਰੀ ਤੋਂ। ਔਰ ਇਹਦੀਆਂ ਜਿਹੜੀਆਂ ਸ਼ੀਟਾਂ ਦੀ ਕਟਿੰਗ ਉੱਥੋਂ ਆਪਦੇ ਹਿਸਾਬ ਨਾਲ ਕਰਵਾ ਕੇ ਲਿਆਉਣਾ। ਔਰ ਜਿਹੜੀ ਉਸ ਤੋਂ ਬਾਅਦ ਜਿਹੜੀ ਡਿਜ਼ਾਈਨਿੰਗ ਹੈ ਟੋਟਲ, ਉਹ ਸਾਰੀ ਡਿਜ਼ਾਈਨਿੰਗ ਹੱਥ ਦੇ ਨਾਲ ਰਗੜ ਕੇ, ਰੇਗਮਾਰ ਦੇ ਨਾਲ, ਆਰੀ ਦੇ ਬਲੇਡ ਨਾਲ ਇਹਨੂੰ ਖੁਰਚ ਕੇ, ਹੁਣ ਤੁਸੀਂ ਦੇਖ ਸਕਦੇ ਆ ਸਖੋਈ ਦੀ ਜਿਹੜੀ ਕਨੋਪੀ ਹੈ, ਜਿਹਨੂੰ ਕਾਕਪਿਟ ਕਹਿੰਦੇ, ਜਿੱਥੇ ਪਾਇਲਟ ਬੈਠਦਾ, ਇਹਦੀ ਸਾਰੀ ਜਿਹੜੀ ਆ ਡਿਜ਼ਾਈਨਿੰਗ ਹੈ, ਇਹ ਸਾਰੀ ਡਿਜ਼ਾਈਨਿੰਗ ਫੋਟੋ ਦੇ ਵਿੱਚ ਦੇਖ ਕੇ ਇਹਨੂੰ ਘਸਾ ਕੇ ਡਿਜ਼ਾਈਨਿੰਗ ਇਹਦੀ ਕੀਤੀ ਜਾਂਦੀ ਹੈ ਜੀ। ਔਰ ਜਿਵੇਂ ਆਹ ਵਾਲਾ ਜਿਹੜਾ J20 ਦੀ ਡਿਜ਼ਾਈਨਿੰਗ ਵੀ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ। ਔਰ A330 ਦੀ, ਇਹ ਤਾਂ ਬੜਾ ਮੱਥਾ ਮਾਰਨਾ ਪੈਂਦਾ ਜੀ। ਇਹਦੀ ਜੋ ਘਸਾਉਣਾ ਪੈਂਦਾ, ਇਹਨੂੰ ਸਾਰਾ ਰਗੜ ਕੇ ਵਾਰ-ਵਾਰ, ਕਿਉਂਕਿ ਮਟੀਰੀਅਲ ਤੋਂ ਲੈ ਜਾਊਗਾ, ਦੁਬਾਰਾ ਲੱਗਣਾ ਨਹੀਂ। ਉਨਾ ਕੁ ਹੀ ਮਟੀਰੀਅਲ ਖੁਰਚ ਕੇ ਅਸੀਂ ਲਾਉਣੇ, ਜਿੰਨੀ ਹੌਲੀ ਜਿਹੜੀ ਸ਼ੇਪ ਹੈ ਐਕਚੁਅਲ ਇਹਦੀ ਫੋਟੋ ਦੇ ਤਕਰੀਬਨ ਨੇੜੇ ਪਹੁੰਚ ਜੇ। ਜਿਵੇਂ ਕਿਉਂਕਿ ਹਰ ਚੀਜ਼ ਦੀ ਗਾਈਡਲਾਈਨਸ ਹੁੰਦੀਆਂ ਨੇ, ਤਾਂ ਇਸ ਨੂੰ ਉਡਾਉਣ ਦੇ ਲਈ ਵੀ ਕੋਈ ਸਪੈਸ਼ਲ ਗਾਈਡਲਾਈਨਸ ਨੇ? ਤੁਸੀਂ ਕਿਹੜੀ ਜਗ੍ਹਾ ਦੇ ਉੱਤੇ ਉਡਾ ਸਕਦੇ ਹੋ, ਕਿੰਨਾ ਕੁ ਉਡਾ ਸਕਦੇ ਹੋ, ਕਿੰਨੀ ਹਾਈਟ ਤੱਕ ਲੈ ਕੇ ਜਾ ਸਕਦੇ ਹੋ, ਉਸ ਨੂੰ ਫੋਲੋ ਕੀਤਾ ਜਾਂਦਾ? ਬਿਲਕੁਲ ਜੀ, ਇਹ ਤੁਸੀਂ ਬੜਾ ਵਧੀਆ ਕੁਐਸਚਨ ਕੀਤਾ, ਕਿਉਂਕਿ ਅਕਸਰ ਜਿਹੜੇ ਸਾਡੇ ਕੋਲ ਬੱਚੇ ਆਉਂਦੇ ਆ, ਸਟੂਡੈਂਟ ਆਉਂਦੇ ਆ, ਉਹਨਾਂ ਨੂੰ ਸਭ ਤੋਂ ਪਹਿਲਾਂ ਅਸੀਂ ਗਾਈਡਲਾਈਨਸ ਦਾ ਹੀ ਕਹਿੰਦੇ ਹਾਂ। DGC ਇੱਕ ਅਦਾਰਾ ਜੀ ਆਪਣੇ ਮੁਲਕ ਦੇ ਵਿੱਚ, ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ, ਉਹ ਹਰ ਸਾਲ ਇੱਕ ਪਾਲਿਸੀ ਇਸ਼ੂ ਕਰਦੇ ਆ, ਕਿਉਂਕਿ ਜਿਹੜੇ ਇੰਡੀਆ ਦੇ ਵਿੱਚ ਬਿਲਕੁਲ ਨਵੀਂ ਹੌਬੀ ਹੈ, ਬਿਗਨਿੰਗ ਹੈ ਜੀ। ਤਾਂ ਉਹਨਾਂ ਨੇ ਇਹਨੂੰ ਲੈ ਕੇ ਪਿਛਲੇ 3-4 ਸਾਲਾਂ ਤੋਂ ਲਗਾਤਾਰ ਉਹ ਅਮੈਂਡਮੈਂਟ ਕਰਕੇ ਉਹਨਾਂ ਨੇ ਹੁਣ ਫਾਈਨਲ ਗਾਈਡਲਾਈਨਸ ਬਣਾਤੀਆਂ। ਉਹਦੇ ਵਿੱਚ ਜਿਵੇਂ ਮੋਟਾ ਆ, ਜਿਵੇਂ 200 ਫੁੱਟ ਤੋਂ ਉੱਪਰ ਨਹੀਂ ਆਪਾਂ ਜਾਣਾ, ਆਪਾਂ ਕੋਈ ਆਰਮੀ ਦਾ, 에ਅਰਫੋਰਸ ਦਾ ਏਰੀਆ ਉੱਥੇ ਨਹੀਂ ਉਡਾ ਸਕਦੇ, ਕੋਈ 에ਅਰਪੋਰਟ ਹੈ ਸਿਵਲ ਦਾ, ਉੱਥੇ ਨਹੀਂ ਉਡਾ ਸਕਦੇ। ਮਤਲਬ ਤਾਂ ਆਪਾਂ ਘੱਟੋ ਘੱਟ ਕੋਈ 17-18 ਕਿਲੋਮੀਟਰ ਨੇੜੇ ਵੀ ਨਹੀਂ ਜਾ ਸਕਦੇ। ਫਿਰ ਕੋਈ ਸਰਕਾਰੀ ਬਿਲਡਿੰਗ ਹੈ, ਕੋਈ ਪੁਲਿਸ ਦਾ ਕੰਪਲੈਕਸ ਆ, ਵੱਡਾ ਸ਼ਹਿਰ ਹੈ, ਪਿੰਡ ਹੈ, ਈਵਨ ਪਿੰਡ ਦੇ ਉੱਪਰ ਵੀ ਆਪਾਂ ਜਿਹਨੂੰ ਉਡਾਉਣੇ, ਉਹ ਵੀ ਇਲੀਗਲ ਆਪਣੇ ਵਾਸਤੇ। ਆਪਾਂ ਇਹਨੂੰ ਜਿਵੇਂ ਉਡਾ ਰਹੇ ਹਾਂ, ਤੁਹਾਡੀ ਨਿਗਾਹ ਦੇ ਅੰਦਰ ਇਹ ਉੱਡਣਾ ਚਾਹੀਦਾ। ਔਰ ਇਸ ਤੋਂ ਕੋਈ ਵੀ ਤੁਸੀਂ ਆਟੋਮੈਟਿਕ ਸਿਸਟਮ ਨਹੀਂ ਲਗਾਓਗੇ ਜਿਹੜਾ ਕਿ ਇਹਨੂੰ ਦੂਰ 2 ਕਿਲੋਮੀਟਰ 10 ਕਿਲੋਮੀਟਰ ਤੱਕ ਲੈ ਜੇ, ਉਹ ਆਪਣੇ ਵਾਸਤੇ ਗੈਰ ਕਾਨੂੰਨੀ ਸਿੱਧ ਹੋ ਜਾਊਗਾ। ਆਪਾਂ ਆਪਣੀ ਨਿਗਾਹ ਦੇ ਅੰਦਰ ਹੀ ਇਹਨੂੰ ਉਡਾਉਣਾ ਹੈ, ਲਾਈਨ ਆਫ ਸਾਈਟ ਜਿਹਨੂੰ ਉਹ ਕਹਿੰਦੇ ਆ।
ਔਰ ਉਹ ਤੁਹਾਡਾ ਜਿਹੜਾ ਏਰੀਆ ਹੈ ਉਹ ਤਕਰੀਬਨ 100 ਕੁ ਮੀਟਰ ਦਾ ਜਾਂ 200 ਮੀਟਰ ਦਾ ਉਹ ਇੱਕ ਤੁਹਾਡਾ ਸਰਕਲ ਬਣਦਾ ਹੈ। ਆਪਾਂ ਮਤਲਬ ਸੇਫ ਉਡਾ ਕੇ ਆਏ। ਸੇਫ ਆਪਾਂ ਬਿਲਕੁਲ ਸੇਫ ਉਡਾ ਕੇ ਆਏ ਹਾਂ ਜੀ। ਔਰ 4 ਸਫੇਰੇ ਆਪਣੇ ਆਪ ਦੇ ਖੇਤ ਹੈ, ਜੇ ਡਿੱਗੂਗਾ ਵੀ ਆਪਣੇ ਖੇਤਾਂ 'ਚ ਡਿੱਗੂਗਾ। ਫਸਲ ਦਾ ਨੁਕਸਾਨ ਆ ਉਹ ਵੀ ਆਪਣਾ ਹੈ, ਔਰ ਆਪਣੇ ਜਹਾਜ਼ ਦਾ ਨੁਕਸਾਨ ਆ ਉਹ ਵੀ ਆਪਣਾ ਹੈ। ਔਰ ਜੇ ਕੋਈ ਮੈਨੂੰ ਇਨਵਾਈਟ ਕਰਦਾ, ਕੋਈ ਮੈਂ ਸਕੂਲਾਂ ਵਾਲੇ ਇਨਵਾਈਟ ਕਰਦੇ ਆ, ਕੋਈ ਯੂਨੀਵਰਸਿਟੀਆਂ ਵਾਲੇ ਇਨਵਾਈਟ ਕਰਦੇ ਆ, ਤਾਂ ਮੈਨੂੰ ਫਿਰ ਉਹ ਰਨਵੇ ਜਗ੍ਹਾ ਪ੍ਰੋਵਾਈਡ ਕਰਦੇ ਆ, ਔਰ ਪਲੱਸ ਉਹ ਲੋਕਲ ਪੁਲਿਸ ਸਟੇਸ਼ਨ ਤੋਂ ਪਰਮਿਸ਼ਨ ਵੀ ਲੈ ਕੇ ਮੈਨੂੰ ਦਿੰਦੇ ਆ। ਇੰਡੀਆ ਬੁੱਕ ਰਿਕਾਰਡਸ ਤੁਹਾਡਾ ਨਾਮ ਦਰਜ ਹੋਇਆ ਇੱਕ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਵੀ ਤੁਹਾਨੂੰ ਜਿਹੜਾ ਹੈ ਉਹ ਸਪੈਸ਼ਲ ਅਵਾਰਡ ਦਿੱਤਾ ਗਿਆ। ਹਾਂਜੀ, ਮੈਨੂੰ ਚੰਡੀਗੜ੍ਹ ਯੂਨੀਵਰਸਿਟੀ ਨੇ ਇਨੋਵੇਟਿਵ ਫਾਰਮਰ ਆਫ ਪੰਜਾਬ ਦਾ ਇੱਕ ਉਹਨਾਂ ਨੇ ਮੈਨੂੰ ਇਨਾਮ ਦਿੱਤਾ ਸੀਗਾ ਜੀ, ਸਨਮਾਨਿਤ ਕੀਤਾ ਸੀ। ਡਿਪਟੀ ਸਾਹਿਬ ਸਾਡੇ ਡਿਪਟੀ ਕਮਿਸ਼ਨਰ ਬਠਿੰਡਾ DC ਸਾਹਿਬ, ਉਹਨਾਂ ਨੇ ਮੈਨੂੰ ਸਨਮਾਨ ਪੱਤਰ ਦਿੱਤਾ ਜੀ, ਔਰ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੇ ਮੈਨੂੰ ਦਿੱਤਾ ਜੀ। ਔਰ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਜਿਹੜਾ ਮੇਰਾ ਸਭ ਤੋਂ ਵੱਡਾ ਮਾਡਲ ਹੈ C-130 ਹਰਕੁਲਿਸ ਕਾਰਗੋ ਪਲੇਨ ਨੂੰ ਮੈਂ ਕਾਪੀ ਕਰਕੇ ਬਣਾਇਆ ਜੀ, ਔਰ ਉਹ ਮੇਰਾ ਉਹ 'ਚ ਰਿਕਾਰਡ ਮੇਰਾ ਦਰਜ ਹੋ ਗਿਆ ਜੀ। ਹੁਣ ਤੱਕ ਕਿਸੇ ਨੇ ਹੈਂਡਮੇਡ ਥਰਮੋਕੋਲ ਦੇ ਵਿੱਚ ਹੈਂਡਮੇਡ ਕਾਰਗੋ ਕੈਟਾਗਰੀ ਦੇ ਵਿੱਚ ਐਡਾ ਵੱਡਾ ਜਹਾਜ਼ ਇੰਡੀਆ ਦੇ ਵਿੱਚ ਕਿਸੇ ਨੇ ਨਹੀਂ ਬਣਾਇਆ। ਤਾਂ ਇਹ ਸ਼ੌਂਕ ਤੁਹਾਡਾ ਹੁਣ ਅੱਗੇ ਲੈਗੇਸੀ ਕੈਰੀ ਔਨ ਵੀ ਹੋ ਰਹੀ ਹੈ? ਬਿਲਕੁਲ ਹੋ ਰਹੀ ਹੈ ਜੀ, ਬਿਲਕੁਲ ਹੋ ਰਹੀ ਹੈ। ਮੇਰਾ ਜਿਹੜਾ ਵੱਡਾ ਬੇਟਾ ਜੀ ਜੁਝਾਰ ਸਿੰਘ, ਉਹ ਇੰਜੀਨੀਅਰਿੰਗ ਐਰੋਸਪੇਸ ਇੰਜੀਨੀਅਰਿੰਗ ਜਾਂ ਐਰੋਨੋਟੀਕਲ ਇੰਜੀਨੀਅਰਿੰਗ ਕਹਿੰਦੇ ਆਪਾਂ, ਉਹ ਕਰ ਗਿਆ ਜੀ, ਡਿਗਰੀ ਹੋ ਗਈ। ਔਰ ਮੇਰਾ ਛੋਟਾ ਬੇਟਾ ਵਿਜੇਵੀਰ ਸਿੰਘ, ਵੈਸੇ ਤਾਂ ਉਹਦੀ ਸਟੱਡੀ BDS ਕਰ ਰਿਹਾ ਉਹ, ਔਰ ਉਹਨੂੰ ਵੀ ਬਹੁਤ ਸ਼ੌਂਕ ਆ ਫਲਾਈਂਗ ਦਾ। ਦੋਨੇ ਜਾਣੇ ਭਰਾ ਦੋਨੇ ਜਹਾਜ਼ ਬਣਾ ਲੈਂਦੇ ਆ, ਜੋੜ ਲੈਂਦੇ ਆ, ਸਾਰਾ ਮੇਰੇ ਨਾਲ ਹੈਲਪ ਵੀ ਕਰਦੇ ਆ, ਔਰ ਫਲਾਈਂਗ ਕਰਦੇ ਆ ਵਧੀਆ। ਅਤੇ ਜੇ ਜਿਵੇਂ ਕੋਈ ਮੈਂ ਇਹਨਾਂ ਨੂੰ ਭੇਜ ਵੀ ਦਿੰਦਾ, ਕੋਈ ਯੂਨੀਵਰਸਿਟੀ ਸਕੂਲ ਦੇ ਵਿੱਚ ਕੋਈ ਡੈਮੋ ਦੇਣ ਜਾਣਾ ਫ੍ਰੀ ਹੋਣ, ਤਾਂ ਮੈਂ ਇਹਨਾਂ ਨੂੰ ਕਹਿੰਦਾ ਜਾਓ ਵੀ ਬੱਚਿਆਂ ਨੂੰ ਡੈਮੋ ਦੇ ਕੇ ਆਓ, ਸਮਝਾ ਕੇ ਆਓ, ਕਿਉਂਕਿ ਸਕੂਲਾਂ ਦੇ ਵਿੱਚ ਵੀ ਪ੍ਰੋਜੈਕਟ ਮੈਂ ਹੁਣ ਲੇਟੈਸਟ ਸ਼ੁਰੂ ਕੀਤਾ ਪਿਛਲੇ 6 ਮਹੀਨਿਆਂ ਤੋਂ। ਔਰ ਮੇਰੀ ਜੋ ਅੱਗੇ ਕੋਸ਼ਿਸ਼ ਇਹ ਹੈ ਵੀ ਜੇ ਮੇਰਾ ਕਿਸੇ ਯੂਨੀਵਰਸਿਟੀ ਨਾਲ ਟਾਈ ਅਪ ਹੋ ਜੇ, ਤਾਂ ਮੈਂ ਆਪਦਾ ਕਿ ਸਿਲੇਬਸ ਮੈਂ ਉਹਨਾਂ ਤੋਂ ਮਨਜ਼ੂਰ ਕਰਾਉਣਾ ਚਾਹੁੰਦਾ। CM ਭਗਵੰਤ ਮਾਨ ਉਹਨਾਂ ਨੇ ਐਲਾਨ ਵੀ ਕੀਤਾ ਐਵੀਏਸ਼ਨ ਨੂੰ ਲੈ ਕੇ, ਪਟਿਆਲਾ ਦੇ ਵਿੱਚ ਕੁਝ ਸਪੈਸ਼ਲ ਕਲੱਬ ਕਹਿੰਦੇ ਖੁੱਲ੍ਹਣ ਜਾ ਰਹੇ। ਹਾਂ, ਨਹੀਂ, ਇਹਨਾਂ ਨੇ ਐਕਚੁਅਲੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਡਰੋਨ ਫਲਾਈਂਗ ਇੱਕ ਸਕੂਲ ਖੁੱਲ੍ਹ ਗਿਆ ਜੀ ਡਰੋਨਸ ਦਾ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਡਰੋਨਸ ਦੀ ਬੜੀ ਵੱਡੀ ਇੱਕ ਯੂਜ਼ੇਜ ਆਊਗੀ ਆਪਣੇ ਐਗਰੀਕਲਚਰ ਸੈਕਟਰ ਦੇ ਵਿੱਚ। ਡਰੋਨ ਫਲਾਈਂਗ ਦਾ ਜਿਹੜਾ ਹੈਗਾ ਨਾ, ਉਹ ਇੱਕ ਉਹਦੇ ਵਾਸਤੇ ਲਾਇਸੈਂਸਿੰਗ ਦਾ ਹੁਣ ਹੌਲੀ ਹੌਲੀ ਸ਼ੁਰੂ ਹੋ ਰਿਹਾ ਹੈ। ਕਦੀ ਇਹ ਨਹੀਂ ਸੋਚਿਆ, ਇਨੋਵੇਟਿਵ ਫਾਰਮਰ ਤੁਸੀਂ ਹੈਗੇ ਹੋ, ਮੈਨੂੰ ਲੱਗਦਾ ਤੁਹਾਡੇ ਦਿਮਾਗ 'ਚ ਇਹ ਵੀ ਚੀਜ਼ਾਂ ਜ਼ਰੂਰ ਚੱਲ ਰਹੀਆਂ ਹੋਣਗੀਆਂ ਕਿ ਇਹਨਾਂ ਦਾ ਸਹਾਰਾ ਲੈ ਕੇ ਕੁਝ ਰੇਹਾਂ ਫਸਲਾਂ ਦੇ ਉੱਤੇ ਪਾਉਣ ਦਾ ਕੰਮ, ਕੁਛ ਇਹੋ ਜਿਹਾ ਕੰਮ, ਸੌਖਾ ਕੰਮ ਜਿਹੜਾ ਹੈ ਹੋ ਜਾਵੇ। ਇਹ ਵੇਖੋ ਜੀ, ਇਹ ਵਾਲੇ ਜਿਹੜੇ ਐਰੋ ਮਾਡਲਸ ਹੈ, ਇਹ ਪਹਿਲਾਂ ਕਿਸੇ ਟਾਈਮ ਆਪਣੇ ਇੰਡੀਆ ਦੇ ਵਿੱਚ ਬਾਹਰੋਂ ਜਹਾਜ਼ ਆਇਆ ਕਰਦੇ ਸੀ ਰਸ਼ੀਆ ਤੋਂ। ਹਲੇ ਵੀ ਪਟਿਆਲੇ ਉਹ ਐਵੀਏਸ਼ਨ 'ਚ ਜਹਾਜ਼ ਖੜੇ, ਉਹਨੂੰ ਫਲਾਈਂਗ ਟਰੈਕਟਰ ਕਿਹਾ ਜਾਂਦਾ ਸੀ, ਔਰ ਉਹ ਸਪਰੇਅ ਵਾਲੇ ਜਹਾਜ਼ ਹੁੰਦੇ ਸੀ, ਸੁਣਦੇ ਹੁੰਦੇ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ ਬਜ਼ੁਰਗਾਂ ਤੋਂ। ਹੁਣ ਕੀ ਆਪਣੇ ਤਾਰਾਂ ਦਾ ਨੈਟਵਰਕ, ਖੰਭਿਆਂ ਦਾ ਨੈਟਵਰਕ ਬਹੁਤ ਜ਼ਿਆਦਾ ਵੱਧ ਗਿਆ। ਹੁਣ ਇਹ ਐਰੋ ਮਾਡਲ ਆ ਜਿਹੜਾ ਜਾਂ ਐਰੋਪਲੇਨ ਹੈ, ਇਹਦੀ ਵਰਤੋਂ ਖੇਤਾਂ 'ਚ ਨਹੀਂ ਇੰਨੀ ਹੋਊਗੀ। ਹੁਣ ਡਰੋਨਸ ਦੀ ਵਰਤੋਂ ਸ਼ੁਰੂ ਹੋਊਗੀ। ਕੋਈ ਆਪਾਂ ਸੀਡ ਸਪਰੈਡ ਕਰਨੇ ਆ, ਹੁਣ ਜਿਹੜੇ ਡਰੋਨ ਇੰਡੀਆ ਦੇ ਵਿੱਚ ਆਲਰੇਡੀ ਬਣਨੇ ਸ਼ੁਰੂ ਹੋ ਗਏ ਆ, ਕਈ ਕੰਪਨੀਆਂ ਸ਼ੁਰੂ ਹੋ ਗਈਆਂ। ਮੇਰਾ ਵੀ ਇੱਕ ਕੰਪਨੀ ਨਾਲ ਇੱਕ ਟਾਈ ਅਪ ਮੈਂ ਕਰਨ ਜਾ ਰਿਹਾ, ਔਰ ਉਹ ਕੰਪਨੀ ਨੂੰ DGCA ਤੋਂ ਪਰਮਿਸ਼ਨ ਮਿਲ ਚੁੱਕੀ ਹੈ। ਉਹ 'ਚ 11 ਲੀਟਰ ਪਾਣੀ ਚੱਕੂਗਾ ਜੀ ਸਪਰੇਅ ਵਾਸਤੇ। ਇੱਕ ਬੈਟਰੀ ਚਾਰਜ ਕਰਕੇ 2 ਏਕੜ 'ਤੇ ਉਹ ਸਪਰੇਅ ਕਰ ਦੂਗਾ। ਹਾਂਜੀ, ਔਰ ਨਾਲ ਰੇਹ ਸਪਰੈਡ ਕਰ ਸਕਦਾ ਉਹ, ਔਰ ਸੀਡ ਸਪਰੈਡ ਕਰ ਸਕਦਾ। ਔਰ ਉਹਦੀ ਜਿਹੜੀ ਯੂਜ਼ੇਜ ਆ, ਹੋਰ ਕੋਈ ਪਹਾੜੀ ਏਰੀਆ ਦੇ ਵਿੱਚ ਕੋਈ ਜਿੱਥੇ ਆਪਣੇ ਡਿਫੈਂਸ ਫੋਰਸਿਸ ਨੂੰ ਕੋਈ ਮੈਡੀਸਨਸ ਪਹੁੰਚਾਉਣੀਆਂ, ਕੋਈ ਆਪਾਂ ਕੋਈ ਦਵਾਈਆਂ ਪਹੁੰਚਾਉਣੀਆਂ, ਜਾਂ ਕੋਈ ਸਮਾਨ ਜਿੱਥੇ ਆਪਾਂ ਪੈਦਲ ਜਾ ਹੀ ਨਹੀਂ ਸਕਦੇ, ਉਹਨਾਂ ਚੀਜ਼ਾਂ 'ਤੇ ਉੱਥੇ ਉਹਦੀ ਵਰਤੋਂ ਜਿਹੜੀ ਸ਼ੁਰੂ ਹੋਊਗੀ। ਪਰ ਹਲੇ ਉਹ ਸਟਾਰਟਿੰਗ ਹੈ ਜੀ ਇੰਡੀਆ ਦੇ ਵਿੱਚ, ਔਰ ਉਹਦੇ ਵਾਸਤੇ ਬਹੁਤ ਸਾਰੀਆਂ ਜੀ ਜਿਹੜੀਆਂ ਮਨਜ਼ੂਰੀਆਂ ਏਵੀਏਸ਼ਨ ਤੋਂ, ਸਿਵਲ ਏਵੀਏਸ਼ਨ ਤੋਂ, DGCA ਤੋਂ, ਉਹ ਹਲੇ ਕੰਮ ਪੈਂਡਿੰਗ ਹੈ। ਕਿਉਂਕਿ ਇੰਡੀਆ ਦੇ ਵਿੱਚ ਉਹਨਾਂ ਨੇ ਕਲਾਸੀਫਿਕੇਸ਼ਨ ਅੱਡੋ ਅੱਡੀ ਹੋ ਗਈ ਹੈ ਡਰੋਨਸ ਦੀ ਅਤੇ ਐਰੋ ਮਾਡਲ ਦੀ। 6 ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਇਹ ਇੱਕੋ ਹੀ ਕੈਟਾਗਰੀ ਸੀ। ਸਾਨੂੰ ਵੀ ਬੜੀ ਸਮੱਸਿਆ ਆਉਂਦੀ ਸੀ, ਸਾਡਾ ਕਸਟਮ ਦੇ ਵਿੱਚ ਸਮਾਨ ਰੁਕ ਜਾਂਦਾ ਸੀ। ਉਹ ਕਹਿੰਦੇ ਇਹ ਡਰੋਨ ਪਾਰਟ ਹੈ। ਤਾਂ ਜਿਹੜੇ ਹੋਰ ਸਾਡੇ ਬੜੇ ਸੀਨੀਅਰ ਜਿਹੜੇ ਇੰਡੀਆ ਲੈਵਲ ਦੇ ਜਿਹੜੇ 에ਅਰਫੋਰਸ ਦੇ ਕੋਈ ਆਫੀਸਰਸ ਜਿਹੜੇ ਹੌਬੀ ਦੇ ਵਿੱਚ ਹੈ, ਬਹੁਤ ਵੱਡੇ ਵੱਡੇ ਜਿਹੜੇ ਆਫੀਸਰਸ ਰਿਟਾਇਰ ਹੋਏ ਆ, ਉਹ ਇਸ ਸਾਡੀ ਆਲ ਇੰਡੀਆ ਐਰੋ ਮਾਡਲਰ ਐਸੋਸੀਏਸ਼ਨ ਦੇ ਮੈਂਬਰ ਹੈ। ਉਹਨਾਂ ਨੇ ਫਿਰ ਉਹਨਾਂ ਨੂੰ ਕਹਿ ਕੇ ਇਹਦੀਆਂ ਕੈਟਾਗਰਾਈਜ਼ ਅੱਡ ਕਰਤਾ ਇਹਨੂੰ। ਹੁਣ ਡਰੋਨ ਦੀ ਕੈਟਾਗਰੀ ਅੱਡ ਹੋ ਗਈ, ਐਰੋ ਮਾਡਲ ਦੀ ਅਲੱਗ ਹੋ ਗਈ, ਅਤੇ ਡਰੋਨ ਦੇ ਉੱਤੇ ਬੜਾ ਵਰਕਆਊਟ ਹੁਣ ਆਉਣ ਵਾਲੇ ਸਮੇਂ 'ਚ ਇੰਡੀਆ 'ਚ ਚੱਲੇਗਾ। ਬਿਲਕੁਲ। ਤੇ ਯਾਦਵਿੰਦਰ ਜੀ, ਮੈਨੂੰ ਲੱਗਦਾ ਜਦੋਂ ਤੁਸੀਂ ਉਹ ਨਵਾਂ ਟੈਕਨੀਕ ਲੈ ਕੇ ਆਓਗੇ, ਇਨੋਵੇਸ਼ਨ ਲੈ ਕੇ ਆਓਗੇ, ਤਾਂ ਦੁਬਾਰਾ ਫੇਰ ਤੁਹਾਡੇ ਕੋਲ ਆਵਾਂਗੇ। ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਮੁਲਾਕਾਤ ਕਰਕੇ, ਤੁਹਾਡੀ એનર્ਜੀ ਨੂੰ ਦੇਖ ਕੇ, ਤੁਹਾਡੇ ਸ਼ੌਂਕ ਨੂੰ ਦੇਖ ਕੇ, ਤੁਹਾਡੇ ਪੈਸ਼ਨ ਨੂੰ ਦੇਖ ਕੇ ਬਹੁਤ ਵਧੀਆ ਪੋਜ਼ਿਟਿਵ ਵਾਈਬਸ ਤੁਹਾਡੇ ਤੋਂ ਜ਼ਰੂਰ ਸਾਨੂੰ ਪ੍ਰਾਪਤ ਹੋਈਆਂ। ਔਰ ਸਾਨੂੰ ਲੱਗਦਾ ਸਾਡੇ ਦਰਸ਼ਕਾਂ ਨੂੰ ਵੀ ਜ਼ਰੂਰ ਇੱਥੋਂ ਦੀ ਇੱਕ ਸੁਨੇਹਾ ਮਿਲਿਆ ਹੋਊਗਾ ਕਿ ਜੇਕਰ ਮਨ ਦੇ ਵਿੱਚ ਕੁਝ ਕਰਨ ਦੀ ਇੱਛਾ ਹੈਗੀ ਹੈ, ਤਾਂ ਫਿਰ ਉਮਰ ਜਾਂ ਕਹਿ ਲਓ ਕਿ ਕੋਈ ਵੀ ਚੀਜ਼ ਉਸ ਦੇ ਵਿੱਚ ਔਂਕੜਾ ਨਹੀਂ ਬਣ ਸਕਦੀ।
ਜਿਸ ਤਰੀਕੇ ਨਾਲ ਇਹਨਾਂ ਦੇ ਵੱਲੋਂ ਆਪਣੇ ਸ਼ੌਂਕ ਨੂੰ, ਜੋ ਸੁਪਨਾ ਇਹਨਾਂ ਨੇ ਛੋਟੇ ਹੁੰਦੇ ਕਦੀ ਸੋਚਿਆ ਸੀ, ਅੱਜ ਉਸ ਨੂੰ ਕਿਸ ਤਰੀਕੇ ਨਾਲ ਪੂਰਾ ਕਰ ਰਹੇ ਨੇ, ਆਪਣਾ ਸ਼ੌਂਕ ਪੁਗਾ ਰਹੇ ਨੇ, ਨਾਲ ਆਪਣੀ ਜੜ੍ਹਾਂ ਦੇ ਨਾਲ ਜੁੜੇ ਹੋਏ ਨੇ, ਖੇਤੀ ਕਰ ਰਹੇ ਨੇ। ਤਾਂ ਬਹੁਤ ਸੋਹਣਾ ਸੁਨੇਹਾ ਇਹਨਾਂ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ। ਕੈਮਰਾ ਪਰਸਨ ਦਵਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ,